चलो ਤਾਂ ਅੱਜ ਆਪਾਂ ਰਿਵਾਈਜ਼ ਕਰਾਂਗੇ ਬੇਟਾ ਸਿਗਨੀਫੀਕੈਂਟ ਫਿਗਰਸ ਦੇ ਰਾਉਂਡ ਆਫ ਨੂੰ ਇੱਕ ਵਾਰ ਦੁਬਾਰਾ, ਬਿਕੋਜ਼ ਦਿਸ ਇਜ਼ ਵੈਰੀ ਇੰਪੋਰਟੈਂਟ ਟੌਪਿਕ ਤੇ ਇਹਦੇ ਵਿੱਚ ਕਈ ਵਾਰ ਬੱਚਿਆਂ ਨੂੰ ਪ੍ਰੋਬਲਮ ਆਉਂਦੀ ਹੈ, ਬਾਅਦ ਚੋਂ ਆਪਾਂ ਐਰਰਸ ਦੀ ਤਰਫ ਵੀ ਜਾਣਾ, ਉਹਦੇ ਵਿੱਚ ਵੀ ਕੈਲਕੂਲੇਸ਼ਨ ਹੈ, ਪ੍ਰੋਬਲਮ ਆਉਂਦੀ ਹੈ ਦੋਨੋਂ ਟੌਪਿਕਸ ਦੇ ਵਿੱਚ। ਠੀਕ ਹੈ, ਚਲੋ ਤਾਂ ਅਗੇਨ ਵੀ ਆਰ ਗੋਇੰਗ ਟੂ ਡੂ ਇਟ ਸਿਗਨੀਫੀਕੈਂਟ ਫਿਗਰਸ। ਠੀਕ ਹੈ, ਅੱਜ ਥੋੜੀ ਜਿਹੀ ਸਪੀਡ ਜ਼ਿਆਦਾ ਹੋਏਗੀ। ਦੇਖੋ ਆਪਾਂ ਇਹਦੇ ਵਿੱਚ ਕੀ ਕੀਤਾ ਸੀਗਾ, ਕੁਝ ਆਪਣੀ ਫਿਗਰਸ ਐਜੀਆਂ ਹੁੰਦੀਆਂ ਜਿਹੜੀਆਂ ਆਪਣੇ ਵਾਸਤੇ ਬਹੁਤ ਇੰਪੋਰਟੈਂਟ ਹੁੰਦੀਆਂ ਨੇ, ਉਹਨਾਂ ਦਾ ਕੁਝ ਮਤਲਬ ਹੁੰਦਾ ਆਪਣੇ ਵਾਸਤੇ ਕਿ ਵੀ ਮੈਂ ਕਿਹੜਾ ਸਕੇਲ ਯੂਜ਼ ਕੀਤਾ ਹੈ ਤੇ ਮੇਰੇ ਸਕੇਲ ਦੀ ਕਿੰਨੀ ਅਪਰੋਕਸੀਮੇਸ਼ਨ ਹੈ, ਕਿੰਨੀ ਵਧੀਆ ਤਰੀਕੇ ਦੀ ਮੈਂ ਮੈਜ਼ਰਮੈਂਟ ਕੀਤੀ। ਕੱਲ ਜਿਵੇਂ ਮੈਂ ਤੁਹਾਨੂੰ ਐਪਲ ਦੇ ਆਈਫੋਨ ਦੀ ਐਗਜ਼ਾਮਪਲ ਦਿੱਤਾ ਵੀ ਆਈਫੋਨ ਦੀ ਸਕਰੀਨ ਦੇ ਵਿੱਚ ਜਿੰਨੇ ਪਿਕਸਲ ਹੈ ਉਹ ਦੂਜੇ ਆਈਫੋਨ ਦੀ ਸਕਰੀਨ 'ਚ ਵੀ ਉਨੇ ਹੀ ਪਿਕਸਲ ਹੋਣੇ ਚਾਹੀਦੇ ਆ। ਐਂ ਨਹੀਂ ਕਿ ਥੋੜਾ ਮੋਟਾ ਜੀ ਗਲਤੀ ਹੋ ਗਈ ਸਾਡੇ ਤੋਂ, ਇਹ ਨਹੀਂ ਚੀਜ਼ ਚੱਲਦੀ। ਤਾਂ ਇਹ ਇੰਨੀ ਜ਼ਿਆਦਾ ਆਪਾਂ 100% ਜੇ ਆਪਾਂ ਕਰੀਏ ਤਾਂ ਆਪਾਂ ਕਿਵੇਂ ਕਰਦੇ ਹਾਂ, ਤਾਂ ਉੱਥੇ ਆਪਾਂ ਨੂੰ ਮਸ਼ੀਨ ਜਿਹੜੀ ਆਪਾਂ ਖਰੀਦਦੇ ਹਾਂ ਉਹਦੇ ਉੱਤੇ ਲਿਖਿਆ ਹੁੰਦਾ ਹੈ ਕਿ ਇਹਦੀ ਸਿਗਨੀਫੀਕੈਂਟ ਫਿਗਰਸ ਇੰਨੀਆਂ ਨੇ, ਤੇ ਜੇ ਤੁਸੀਂ ਇਹ ਵਾਲੀ ਮਸ਼ੀਨ ਦੇ ਅਕੋਰਡਿੰਗ ਲੈਂਥ ਨੂੰ ਨਾਪੋਗੇ ਤਾਂ ਤੁਹਾਨੂੰ ਇੰਨੀ ਸਿਗਨੀਫੀਕੈਂਟ ਫਿਗਰਸ ਤੱਕ ਤੁਹਾਡੀ ਵੈਲਿਊ ਮਿਲੂਗੀ। ਸੋ ਦਿਸ ਇਜ਼ ਦੀ ਇੰਪੋਰਟੈਂਸ ਆਫ ਸਿਗਨੀਫੀਕੈਂਟ ਫਿਗਰਸ। ਚਲੋ ਤਾਂ ਹੁਣ ਦੇਖਦੇ ਹਾਂ, the digits in a measured quantity which are known exactly plus one additional digit which is uncertain, they are known as number of significant figures carried by that number। okay, ਜਿਵੇਂ ਆਪਣੇ ਕੋਲੇ ਮੈਂ ਇਸ ਦੀ ਐਗਜ਼ਾਮਪਲ ਦੀ ਗੱਲ ਕੀਤੀ 5.00200, ਤਾਂ ਇਹਦੇ ਵਿੱਚ ਕਿੰਨੀਆਂ ਸਿਗਨੀਫੀਕੈਂਟ ਫਿਗਰਸ ਨੇ। ਇਹਦਾ ਮਤਲਬ ਇਹ ਹੈ ਵੀ ਮੈਨੂੰ ਸਿਗਨੀਫੀਕੈਂਟਲੀ ਇੰਨੀਆਂ ਨੰਬਰਸ ਪਤਾ ਹੀ ਪਤਾ ਨੇ ਸ਼ੋਰਲੀ। ਆਖਰੀ ਡਿਜਿਟ ਹੈ ਜਿਹੜੀ ਮੇਰੀ ਪਲੱਸ ਮਾਈਨਸ ਹੋ ਸਕਦੀ ਹੈ, ਲੇਕਿਨ ਮੈਂ ਇਹਨੂੰ ਵੀ ਸਿਗਨੀਫੀਕੈਂਟ ਫਿਗਰ ਦੇ ਵਿੱਚ ਕਾਊਂਟ ਕਰੂੰਗਾ। ਸੋ ਥੀਸ ਆਰ ਦੀ ਟੋਟਲ ਨੰਬਰ ਆਫ ਸਿਗਨੀਫੀਕੈਂਟ ਫਿਗਰਸ। ਹੁਣ ਦੇਖੋ, ਸਭ ਤੋਂ ਪਹਿਲਾਂ ਹੁਣ ਆਪਾਂ ਇਹਦੇ ਰੂਲਸ ਆਪਾਂ ਕਰਾਂਗੇ। ਤਾਂ ਪਹਿਲਾ ਰੂਲ ਆਪਣੇ ਕੋਲ ਆ ਜਾਂਦਾ ਹੈ, the rules to find the significant figures, all the non-zero digit figures they are significant। ਤਾਂ ਜਿਵੇਂ 13.75 ਹੈ ਉਹਦੇ ਚ 4 ਹੋ ਗਿਆ ਨॉन ਜ਼ੀਰੋ, ਉਹ ਸਾਰੀਆਂ ਸਿਗਨੀਫੀਕੈਂਟ ਹੋਣਗੀਆਂ ਹੀ ਹੋਣਗੀਆਂ। all the zeros which are included in between two non-zeros they are also significant। ਤਾਂ ਆ ਸਾਰੀਆਂ ਸਿਗਨੀਫੀਕੈਂਟ ਹੋ ਗਈਆਂ। ਤਾਂ ਆਪਣੇ ਕੋਲੇ 5 ਆ ਗਈਆਂ, ਇੱਥੇ ਆਪਣੇ ਕੋਲੇ 4 ਆ ਗਈਆਂ। ਠੀਕ ਹੈ, ਹੁਣ ਜ਼ੀਰੋ ਹੁਣ ਅੱਗੇ ਲੱਗੂਗੀ ਤੇ ਪਿੱਛੇ ਲੱਗੂਗੀ, ਉਹਦੇ ਵਾਸਤੇ ਆਪਣੇ ਕੋਲੇ ਸਭ ਤੋਂ ਵੱਡੀ ਇੱਥੇ ਗੜਬੜ ਹੁੰਦੀ ਹੈ। ਤਾਂ ਆਪਾਂ ਹੁਣ ਉਹ ਦੇਖਦੇ ਹਾਂ। ਦੇਖੋ ਤਾਂ ਇਹਦੇ ਵਿੱਚ ਆ ਗਿਆ all the zeros to the left of the numbers are non-zero are non-significant। ਜੇ ਆਪਾਂ ਇਸ ਨੰਬਰ ਦੇ ਇੱਧਰ ਨੂੰ ਜਾਣ ਦੀ ਕੋਸ਼ਿਸ਼ ਕਰੀਏ ਤਾਂ ਇਹ ਜ਼ੀਰੋ ਲਾਉਣ ਦਾ ਆਪਣੇ ਕੋਈ ਫਾਇਦਾ ਨਹੀਂਗਾ, ਚਾਹੇ ਡੈਸੀਮਲ ਹੋਵੇ ਤੇ ਚਾਹੇ ਡੈਸੀਮਲ ਨਾ ਹੋਵੇ, ਆਪਾਂ ਨੂੰ ਇਹਨਾਂ ਦੀ ਕੋਈ ਲੈਣ ਦੇਣ ਨਹੀਂ। ਜਿਵੇਂ ਮੰਨ ਲਓ 00025 ਸਿਗਨੀਫਿਕੈਂਟ ਨੰਬਰ ਕਿੰਨੇ ਆ 2। ਜੇ ਮੈਂ ਕਹਾਂ 00025.00, ਹੁਣ ਕਿੰਨੀਆਂ ਸਿਗਨੀਫਿਕੈਂਟ ਫਿਗਰਸ ਹੋ ਗਈਆਂ 4। ਡੈਸੀਮਲ ਤੋਂ ਬਾਅਦ ਵਾਲੀਆਂ ਜ਼ੀਰੋਸ ਜਿਹੜੀਆਂ ਇਹ ਆਪਣੇ ਵਾਸਤੇ ਇੰਪੋਰਟੈਂਟ ਹੋ ਜਾਂਦੀਆਂ ਰਾਈਟ ਹੈਂਡ ਸਾਈਡ ਵਾਲੀਆਂ। ਤਾਂ ਹੁਣ ਆਪਣੇ ਕੋਲ ਇਹਦੇ ਸਿਗਨੀਫਿਕੈਂਟ ਫਿਗਰਸ ਕਿੰਨੇ ਹੋ ਗਏ 4। ਚਲੋ ਜੀ ਅੱਗੇ ਚੱਲਦੇ ਆ। ਹੁਣ ਆ ਗਏ all the zeros to the right of a non-zero। ਹੁਣ ਰਾਈਟ ਹੈਂਡ ਸਾਈਡ ਤੇ ਆ ਜਾਓ। ਜੇ ਮੇਰੇ ਕੋਲੇ ਡੈਸੀਮਲ ਨਹੀਂ ਲੱਗਿਆ ਹੋਇਆ ਤਾਂ ਇਹ ਜ਼ੀਰੋਜ਼ ਵੀ ਮੈਂ ਕਾਊਂਟ ਨਹੀਂ ਕਰਨੀਆਂ। ਤਾਂ ਜੇ ਮੇਰੇ ਕੋਲੇ 25,000 ਉਦੋਂ ਬਾਅਦ 3 ਜ਼ੀਰੋਆਂ ਪਿੱਛੇ ਲੱਗੀਆਂ ਹੁੰਦੀਆਂ ਤੇ ਡੈਸੀਮਲ ਨਾ ਲੱਗਿਆ ਹੁੰਦਾ ਤਾਂ ਵੀ ਆਪਣੇ ਕੋਲੇ ਨੰਬਰ ਆਫ ਸਿਗਨੀਫਿਕੈਂਟ ਫਿਗਰਸ 2 ਹੀ ਆਣੀਆਂ ਸੀ। ਜੇ ਮੈਂ ਡੈਸੀਮਲ ਲਗਾ ਕੇ 1 ਜ਼ੀਰੋ ਹੋਰ ਲਾਤੀ ਤਾਂ ਮੇਰੇ ਕੋਲ ਕਿੰਨੀਆਂ ਹੋ ਗਈਆਂ 1 2 3 4 5 6। ਤਾਂ ਮੇਰੇ ਕੋਲ 6 ਸਿਗਨੀਫਿਕੈਂਟ ਫਿਗਰਸ ਬਣ ਜਾਂਦੀਆਂ ਇੱਕੋ ਹੀ ਵਾਰ 'ਚ। ਸਿਗਨੀਫਿਕੈਂਟ ਫਿਗਰ ਦਾ ਮਤਲਬ ਹੈ ਕਿ ਤੁਹਾਨੂੰ ਪੱਕੇ ਤੌਰ ਤੇ ਆਈਡੀਆ ਹੈ, ਤੁਹਾਨੂੰ ਪਤਾ ਹੈ ਕਿ ਯੂ ਆਰ ਸ਼ੋਰ ਅਬਾਊਟ ਇਟ ਕਿ ਇਹ ਜ਼ੀਰੋ ਜਦੋਂ ਮੈਂ ਲਾਈ ਹੈ ਨਾ ਤਾਂ ਜ਼ੀਰੋ ਹੀ ਹੈ, ਇਹ 0.1 0.2 ਦਾ ਵੀ ਗੈਪ ਨਹੀਂ ਪੈ ਰਿਹਾ। ਹੁਣ ਜਿਵੇਂ 25,000 ਹੈ ਨਾ, ਇਫ ਦਿਸ ਪਾਰਟ ਇਜ਼ ਦੀ ਪਾਰਟ ਆਫ ਦਾ ਮੈਜ਼ਰਮੈਂਟ, ਜੇ ਆਪਾਂ ਮੈਜ਼ਰਮੈਂਟ ਕੀਤੀ ਤੇ ਇੰਨੀ ਜ਼ਿਆਦਾ ਸਟੀਕ ਮੈਜ਼ਰਮੈਂਟ ਕੀਤੀ ਕਿ ਬਈ ਫੱਟੇ ਚੱਕਦੇ ਆਪਾਂ ਨੇ, ਤਾਂ ਆਪਣੇ ਕੋਲੇ ਨੰਬਰ ਆਫ ਸਿਗਨੀਫਿਕੈਂਟ ਫਿਗਰਸ ਆਣਗੇ 1 2 3 4 5। ਲੇਕਿਨ ਜੇ ਆਹ ਵਾਲਾ ਜਿਹੜਾ ਐਗਜ਼ਾਮਪਲ ਹੈ, ਐਗਜ਼ਾਮਪਲ ਨੰਬਰ 1, ਐਗਜ਼ਾਮਪਲ ਨੰਬਰ 2, ਐਗਜ਼ਾਮਪਲ ਨੰਬਰ 3, ਐਗਜ਼ਾਮਪਲ ਨੰਬਰ 1 ਚ ਜੇ ਆਪਾਂ ਦੇਖੀਏ ਤਾਂ ਵੀ ਆਰ ਨਾਟ ਸ਼ੋਰ ਅਬਾਊਟ ਥੀਸ ਜ਼ੀਰੋਜ਼। ਠੀਕ ਹੈ, ਤਾਂ ਆਪਾਂ ਨੇ ਕਹਤਾ ਕਿ ਨੰਬਰ ਆਫ ਸਿਗਨੀਫਿਕੈਂਟ ਇਜ਼ 2, ਬਟ ਇੱਥੇ ਆਪਾਂ ਸ਼ੋਰ ਹੈ ਨੰਬਰ ਆਫ ਸਿਗਨੀਫਿਕੈਂਟ ਫਿਗਰ ਇਜ਼ 5। ਹੁਣ ਜਿਵੇਂ ਆਪਾਂ ਨੂੰ ਦਿੱਤਾ ਹੋਇਆ 25 ਕਿਲੋਮੀਟਰ, ਤਾਂ ਇਹਦੇ ਵਿੱਚ ਸਿਗਨੀਫਿਕੈਂਟ ਫਿਗਰ ਕਿੰਨੇ ਹੋ ਗਏ 2। ਇਹ ਗਿਵਨ ਕੁਆਂਟੀਟੀ ਹੈ ਬੇਟਾ। ਜਦੋਂ ਮੈਂ ਇਹਨੂੰ ਮੀਟਰ ਚ ਕਨਵਰਟ ਕੀਤਾ ਜਾਂ ਕਿਲੋਮੀਟਰ ਚ ਕਨਵਰਟ ਕੀਤਾ ਤਾਂ ਨੰਬਰ ਆਫ ਸਿਗਨੀਫਿਕੈਂਟ ਫਿਗਰਸ ਵਿਲ ਨਾਟ ਚੇਂਜ ਬਿਕੋਜ਼ ਵੀ ਆਰ ਨਾਟ ਸ਼ੋਰ ਅਬਾਊਟ ਐਨੀ ਅਦਰ ਥਿੰਗ। ਆਪਾਂ ਸਿਰਫ 25 ਕਿਲੋਮੀਟਰ ਦੇ ਵਿੱਚ ਹੀ ਸ਼ੋਰ ਹਾਂ। ਹੁਣ ਜਿਵੇਂ ਬਠਿੰਡੇ ਦਾ ਚੰਡੀਗੜ੍ਹ ਦਾ ਡਿਸਟੈਂਸ ਹੈ 250 ਕਿਲੋਮੀਟਰ, ਇਹ 251 ਵੀ ਤਾਂ ਹੋ ਸਕਦਾ, ਇਹ 252 ਵੀ ਤਾਂ ਹੋ ਸਕਦਾ, 245 ਵੀ ਤਾਂ ਹੋ ਸਕਦਾ। ਆਪਾਂ ਤਾਂ ਰਾਉਂਡ ਫਿਗਰ ਕਰਕੇ ਕਹਤਾ ਯਾਰ 250 ਕਿਲੋਮੀਟਰ ਲਾ ਲਓ, ਬਟ ਪਲੱਸ ਮਾਈਨਸ ਵੀ ਤਾਂ ਹੋ ਸਕਦਾ ਨਾ। ਸੋ ਵੀ ਆਰ ਨਾਟ ਸ਼ੋਰ ਅਬਾਊਟ ਇਟ। ਜੇ ਮੈਂ 250 ਵੀ ਸ਼ੋਰ ਕਹਤਾ ਤਾਂ ਮੇਰੀ ਆਖਰੀ ਡਿਜਿਟ ਜਿਹੜੀ ਹੈ ਇਹ ਪਲੱਸ ਮਾਈਨਸ ਹੋ ਸਕਦੀ ਹੈ। ਤਾਂ ਆਪਣੇ ਕੋਲ ਇੱਥੇ ਸਿਗਨੀਫਿਕੈਂਟ ਫਿਗਰਸ ਕਿੰਨੀਆਂ ਆ ਗਈਆਂ 3।
ਹੁਣ ਮੈਂ ਆਹ ਵਾਲੀ 0 ਵੀ ਕਾਊਂਟ ਕੀਤੀ ਹੈ, ਕਿਉਂ? ਕਿਉਂਕਿ ਮੈਂ ਕਹਿ ਰਿਹਾ ਕਿ ਮੈਂ श्योर ਹਾਂ ਜੀ 250 ਤਾਂ ਹੈਗਾ ਹੀ ਹੈਗਾ ਨਾ, ਮੈਂ श्योर ਹਾਂ ਇਸ ਗੱਲ ਤੇ। ਇਸ ਕਰਕੇ ਤਾਂ ਜਦੋਂ ਵੀ ਆਪਾਂ ਯੂਨਿਟਸ ਨੂੰ ਚੇਂਜ ਕਰਦੇ ਆ ਬੇਟਾ, ਉਦੋਂ ਆਪਣੇ ਸਿਗਨੀਫੀਕੈਂਟ ਫਿਗਰ ਚੇਂਜ ਨਹੀਂ ਹੁੰਦੇ। ਚਲੋ ਇਹ ਤੋਂ ਅੱਗੇ ਦੇਖਦੇ ਹਾਂ ਪੁਆਇੰਟ ਨੰਬਰ 5, all the zeros to the right of a decimal they are significant। ਡੈਸੀਮਲ ਦੇ ਪਿੱਛੇ ਜੇ ਆਪਣੇ ਕੋਲ ਲੱਗਿਆ ਹੋਇਆ, ਬਾਅਦ ਚ ਚਾਹੇ ਨॉन ਜ਼ੀਰੋ ਹੋਵੇ ਚਾਹੇ ਨਾ ਹੋਵੇ, ਆਪਣੇ ਕੋਲੇ ਸਿਗਨੀਫੀਕੈਂਟ ਫਿਗਰਸ 4 ਹੀ ਆਣਗੀਆਂ। ਇਹ ਸਾਰੇ ਪੁਆਇੰਟਸ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਬੇਟਾ। ਇੱਕ ਉੱਥੇ ਨਾ ਤੁਹਾਨੂੰ ਡਾਇਰੈਕਟ ਨੰਬਰ ਦਿੱਤਾ ਹੋਊਗਾ ਕਿ ਇਹਦੇ ਵਿੱਚੋਂ ਦੱਸੋ ਕਿੰਨੀਆਂ ਸਿਗਨੀਫੀਕੈਂਟ ਫਿਗਰਸ ਹੈ। ਫਿਰ all the zeros to the left of a non-zero number even with the decimal they are non-significant। 25 ਦੇ ਅੱਗੇ ਜਿਹੜੀਆਂ ਜ਼ੀਰੋਜ਼ ਹੈ ਇਹ ਆਪਣੇ ਵਾਸਤੇ ਕਿਸੇ ਕੰਮ ਦੀਆਂ ਨਹੀਂ, ਚਾਹੇ ਡੈਸੀਮਲ ਹੋਵੇ ਚਾਹੇ ਨਾ ਹੋਵੇ, ਇਹ ਆਪਣੇ ਕਿਸੇ ਕੰਮ ਦੀਆਂ ਨਹੀਂ। ਸਿਗਨੀਫੀਕੈਂਟ ਫਿਗਰਸ ਆਪਣੇ ਕੋਲੇ ਇਹੀ ਹੈ। ਐਗਜ਼ਾਮਪਲਸ ਮੈਂ ਸਾਰੇ ਇਹਦੇ ਵਿੱਚ ਬਹੁਤ ਵਧੀਆ ਤਰੀਕੇ ਦਿੱਤੇ ਹੋਏ ਆ, ਇਹਨਾਂ ਨੂੰ ਅਗੇਨ ਐਂਡ ਅਗੇਨ ਕਰੋ, ਅਗੇਨ ਐਂਡ ਅਗੇਨ ਸਮਝੋ ਕਿ ਕੀ ਐਗਜ਼ਾਮਪਲਸ ਨੇ, ਕੀ ਕੁਝ ਚੀਜ਼ਾਂ ਹੈਗੀਆਂ ਨੇ, ਤੁਹਾਨੂੰ ਕਲੀਅਰ ਹੋ ਜਾਊਗੀ। ਹੁਣ ਦੇਖੋ ਪੁਆਇੰਟ ਨੰਬਰ 7, significant figures they do not change when you change the units। ठीक है, ਤਾਂ ਸਿਗਨੀਫੀਕੈਂਟ ਨੰਬਰਸ ਜਿਹੜੇ ਨੇ ਆਪਣੇ ਯੂਨਿਟ ਚੇਂਜ ਕਰਨ ਦੇ ਨਾਲ ਬਿਲਕੁਲ ਵੀ ਚੇਂਜਸ ਇਹਦੇ ਵਿੱਚ ਨਹੀਂ ਹੁੰਦੀਆਂ, ਜਿਵੇਂ ਕਿ ਮੈਂ ਕਿਲੋਮੀਟਰ ਦਾ ਤੇ ਮੀਟਰ ਦਾ ਤੁਹਾਨੂੰ ਐਗਜ਼ਾਮਪਲ ਦੱਸਿਆ। ਹੁਣ ਆਪਾਂ ਦੇਖਦੇ ਹਾਂ ਵੀ ਕੈਲਕੂਲੇਸ਼ਨ ਆਪਾਂ ਕਿਵੇਂ ਕਰਨੀ ਹੈ ਬਈ, ਸਿਗਨੀਫੀਕੈਂਟ ਫਿਗਰਸ ਦੇ ਅਕੋਰਡਿੰਗ ਆਪਾਂ ਕੈਲਕੂਲੇਸ਼ਨ ਕਿਵੇਂ ਕਰਨੀ ਹੈ। ਤਾਂ ਇਹਦਾ ਸਿੰਪਲ ਮੈਥਡ ਹੈ, ਜਿਵੇਂ ਕਿ ਆਪਣੇ ਕੋਲੇ ਆ ਤੇ ਆ ਦੋ, ਹੁਣ ਇਹਨਾਂ ਦੋਵਾਂ ਦੇ ਵਿੱਚ ਸਿਗਨੀਫੀਕੈਂਟ ਫਿਗਰਸ ਦੇ ਵਿੱਚ ਫਰਕ ਹੈ। ਆਪਾਂ ਦੋਨਾਂ ਨੂੰ ਲਿਖ ਲਵਾਂਗੇ ਕਿ ਇਹਦੇ ਵਿੱਚ ਕਿੰਨੀਆਂ ਸਿਗਨੀਫੀਕੈਂਟ ਫਿਗਰਸ ਹੈ, ਇਹਦੇ ਵਿੱਚ 5 ਨੇ ਤੇ ਇਹਦੇ ਵਿੱਚ 3 ਨੇ। ਤਾਂ ਜਿਹਦੇ ਵਿੱਚ ਸਿਗਨੀਫੀਕੈਂਟ ਫਿਗਰਸ ਘੱਟ ਨੇ ਉਹਦੀ ਆਪਾਂ ਗੱਲ ਮੰਨਾਂਗੇ, ਤੇ ਕੀ ਗੱਲ ਮੰਨਾਂਗੇ ਕਿ ਡੈਸੀਮਲ ਤੋਂ ਬਾਅਦ ਕਿੰਨੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ, ਇਹ ਉਹਦੀ ਗੱਲ ਮੰਨੀ ਜਾਊਗੀ। ਇਸ ਗੱਲ ਨੂੰ ਧਿਆਨ ਚ ਰੱਖਣਾ। The final result should have same number of decimal places। ਬੇਟਾ ਇਹ ਗੱਲ ਨੂੰ ਧਿਆਨ ਚ ਰੱਖਣਾ, ਮਲਟੀਪਲੀਕੇਸ਼ਨ ਵੇਲੇ ਇਸੇ ਚੀਜ਼ ਦਾ ਫਰਕ ਹੈ, ਆਪਾਂ ਨੂੰ ਇੱਥੇ ਕਨਫਿਊਜ਼ਨ ਹੁੰਦਾ ਹੈ। ਹੁਣ ਦੇਖੋ ਮਲਟੀਪਲੀਕੇਸ਼ਨ ਦੇ ਵਿੱਚ ਕੀ ਫਰਕ ਹੈ, ਦੇਖੋ addition ਤੇ subtraction ਚ the final result should have same number of decimal places। ਤੇ multiplication division ਚ the final result should have same number of significant figures as that of the original number with lesser number of significant figure। ਜਿਹਦੀਆਂ significant number ਘੱਟ ਨੇ, ਪਹਿਲੀ ਗੱਲ ਤਾਂ ਗੱਲ ਉਹਦੀ ਮੰਨੀ ਜਾਊਗੀ, ਲੇਕਿਨ ਕੀ ਗੱਲ ਮੰਨੀ ਜਾਊ, ਜੇ ਮਲਟੀਪਲੀਕੇਸ਼ਨ ਤੇ ਡਿਵੀਜ਼ਨ ਹੈ ਤਾਂ ਉਹਦੀ ਗੱਲ ਮੰਨੀ ਜਾਊਗੀ ਕਿ ਫਾਈਨਲ ਰਿਜ਼ਲਟ ਚ ਟੋਟਲ ਨੰਬਰ ਆਫ ਸਿਗਨੀਫੀਕੈਂਟ ਫਿਗਰਸ ਕਿੰਨੀਆਂ ਹੋਣ। ਲੇਕਿਨ ਜੇ ਮੈਂ ਐਡੀਸ਼ਨ ਤੇ ਸਬਟ੍ਰੈਕਸ਼ਨ ਦੀ ਗੱਲ ਕਰੂੰਗਾ ਤਾਂ ਗੱਲ ਕੀ ਮੰਨੀ ਜਾਊਗੀ ਕਿ ਟੋਟਲ ਨੰਬਰ ਆਫ ਡੈਸੀਮਲ ਪੋਜੀਸ਼ਨਸ ਕਿੰਨੀਆਂ ਹੋਣ। ਸਿਗਨੀਫੀਕੈਂਟ ਫਿਗਰ ਦਾ ਕੋਈ ਲੈਣ ਦੇਣ ਨਹੀਂ, ਡੈਸੀਮਲ ਪੋਜੀਸ਼ਨਸ ਕਿੰਨੀਆਂ ਹੋਣ। ਤਾਂ ਆਪਣੇ ਕੋਲੇ ਡੈਸੀਮਲ ਪੋਜੀਸ਼ਨ ਇੱਥੇ 2 ਨੇ, ਤਾਂ ਆਪਾਂ 2 ਡੈਸੀਮਲ ਪੋਜੀਸ਼ਨ ਦੇ ਵਿੱਚ ਹੀ ਆਨਸਰ ਦੇਣਾ ਹੈ। ਲੇਕਿਨ ਇੱਥੇ ਜੇ ਆਪਾਂ ਜਾਵਾਂਗੇ ਤਾਂ ਆਪਾਂ ਸਿਗਨੀਫੀਕੈਂਟ ਫਿਗਰਸ ਨੂੰ ਦੇਖਾਂਗੇ। ਜਿਵੇਂ ਕਿ ਹੁਣ ਮੈਂ ਮਲਟੀਪਲੀਕੇਸ਼ਨ ਦੇ ਵਿੱਚ ਐਗਜ਼ਾਮਪਲ ਦਿਖਾਵਾਂ ਤੁਹਾਨੂੰ, ਆ ਦੇਖੋ ਆਪਾਂ ਨੇ ਕਿਹਾ ਕਿ ਵੀ ਇਹਨੂੰ ਤੇ ਇਹਨੂੰ ਮਲਟੀਪਲਾਈ ਕਰਨਾ ਹੈ, ਮੈਥਮੈਟਿਕਲੀ ਮਲਟੀਪਲਾਈ ਕਰੀ ਤਾਂ ਹੈ। ਮੈਥਮੈਟਿਕਲੀ ਸਪੀਕਿੰਗ ਤਾਂ देयर इज नो डिफरेंस बिटवीन 1.44000 ਇੱਥੇ ਅੱਗੇ 00 ਲਾਈ ਜਾਓ, 1.44 ਕਹਿ ਦੋ, देयर इज नो डिफरेंस। ਬਟ ਆਪਾਂ ਜੇ ਕਹੀਏ ਕਿ ਨਹੀਂ ਜੀ ਮੇਰਾ ਤਾਂ ਮੇਜਰਿੰਗ ਸਕੇਲ ਹੈ, ਮੈਂ ਆਪਾਂ ਆਈਫੋਨ ਮੈਨੂਫੈਕਚਰ ਕਰ ਰਹੇ ਹਾਂ ਤਾਂ ਆਪਾਂ ਇੰਨੀ ਕੋਈ ਐਰਰ ਨਹੀਂ ਲੈ ਸਕਦੇ, ਆਪਾਂ ਬਿਲਕੁਲ ਸਟੀਕ ਲੈਣਾ, ਤਾਂ ਆਪਣੇ ਵਾਸਤੇ ਆਹ ਵਾਲੀ ਚੀਜ਼ ਜਿਹੜੀ ਹੈ ਇਸ ਤੋਂ ਜ਼ਿਆਦਾ ਮੁੱਲਵਾਨ ਹੈ। ਜਿਹੜੀ ਮਸ਼ੀਨ ਆਪਾਂ ਨੂੰ ਆਹ ਚੀਜ਼ ਦੇਵੇ ਉਹ ਬੈਟਰ ਮਸ਼ੀਨ ਹੈ, ਜਿਹੜੀ ਮਸ਼ੀਨ ਆਹ ਚੀਜ਼ ਦੇਵੇ ਉਹ ਬੈਟਰ ਮਸ਼ੀਨ ਨਹੀਂ ਹੈ। ਮਤਲਬ ਉਹ ਮਸ਼ੀਨ ਮੈਨੂੰ ਇਹ ਕਹਿ ਰਹੀ ਹੈ ਕਿ ਯਾਰ ਇਹ ਤੋਂ ਅੱਗੇ ਵਾਲੇ ਡੈਸੀਮਲ ਦਾ ਮੈਨੂੰ ਪਤਾ ਨਹੀਂ ਹੈ, ਇਹ ਤਾਂ ਗੱਲ ਗੜਬੜ ਹੋਗੀ ਨਾ, ਇਹ ਚੀਜ਼ ਹੈ। ਤਾਂ ਆਪਾਂ ਨੇ ਮਲਟੀਪਲਾਈ ਕੀਤਾ ਤਾਂ ਨਾਓ ਦ ਟੋਟਲ ਨੰਬਰ ਆਫ ਸਿਗਨੀਫੀਕੈਂਟ ਫਿਗਰਸ ਦੈਟ ਸ਼ੁੱਡ ਬੀ ਇਕੁਅਲ ਟੂ ਟੋਟਲ ਨੰਬਰ ਆਫ ਸਿਗਨੀਫੀਕੈਂਟ ਫਿਗਰਸ ਹੀਅਰ। ਤਾਂ ਸਿਗਨੀਫੀਕੈਂਟ ਫਿਗਰਸ ਆਪਣੇ ਕੋਲੇ 2 ਨੇ, ਤਾਂ ਆਪਾਂ 2 ਨੰਬਰ ਦੇ ਨਾਲ ਹੀ ਆਪਾਂ ਇਕੁਏਟ ਕਰਨਾ ਹੈ। ਗੱਲ ਕਲੀਅਰ ਹੋ ਗਈ ਬੇਟਾ ਜੀ? ਹਾਂਜੀ। ਚਲੋ ਹੁਣ ਆਪਾਂ ਡਿਵੀਜ਼ਨ ਦਾ ਵੀ ਐਗਜ਼ਾਮਪਲ ਦਿੱਤਾ ਹੋਇਆ ਹੈ, ਇਹਦੇ ਵਿੱਚ ਆਪਣੇ ਕੋਲ 2 ਸਿਗਨੀਫੀਕੈਂਟ ਫਿਗਰ ਸੀ ਤਾਂ 2 ਸਿਗਨੀਫੀਕੈਂਟ ਫਿਗਰਸ ਦੇਣੇ ਆ। ਇਟ ਇਜ਼ ਨਾਟ ਇਕੁਅਲ ਟੂ 1, ਇਟ ਇਜ਼ ਇਕੁਅਲ ਟੂ 1.0। ਇਹ ਬਹੁਤ ਇੰਪੋਰਟੈਂਟ ਡਿਵੀਜ਼ਨ ਦਾ ਐਗਜ਼ਾਮਪਲ, ਇਹਨੂੰ ਧਿਆਨ 'ਚ ਰੱਖਣਾ ਤੁਸੀਂ ਆਪਦੇ। ਚਲੋ ਅੱਗੇ ਚੱਲਦੇ ਹਾਂ। ਹੁਣ ਆਪਾਂ ਰਾਉਂਡ ਆਫ ਦਾ ਇੱਕ ਵਾਰ ਰਿਵੀਜ਼ਨ ਕਰ ਲਈਏ। ਰਾਉਂਡ ਆਫ ਕਿਵੇਂ ਕਰਦੇ ਆ ਦੇਖੋ ਨਾ, ਇਫ ਦਾ ਡਿਜਿਟਸ ਟੂ ਬੀ ਡ੍ਰੌਪਡ, ਹੁਣ ਜਿਵੇਂ ਆਪਣੇ ਸਭ ਤੋਂ ਪਹਿਲਾਂ ਤਾਂ ਸਵਾਲ ਇਹ ਹੈ ਵੀ ਆਪਾਂ ਕਿਹਦਾ ਰਾਉਂਡ ਆਫ ਕਰਨਾ ਹੈ ਤੇ ਆਪਾਂ ਕਿਹੜਾ ਡਿਜਿਟ ਆਪਾਂ ਡ੍ਰੌਪ ਕਰਨਾ ਹੈ, ਆਪਾਂ ਨੂੰ ਇਹ ਚੀਜ਼ ਪਤਾ ਹੋਣਾ ਚਾਹੀਦਾ। ਆਪਾਂ ਕਿੰਨੇ ਡਿਜਿਟ ਡ੍ਰੌਪ ਕਰਨੇ ਆ ਪਤਾ ਹੋਣਾ ਚਾਹੀਦਾ। ਜਿਵੇਂ ਆਪਾਂ ਐਗਜ਼ਾਮਪਲ ਲਈਏ
मान लो 1.752 अपने को बहुत सारी चीजें आप सिर्फ नंबर ऑफ सिग्निफिकेंट फिगर्स किन्ने इत्थे हाँ भी बेटा ये नंबर ऑफ सिग्निफिकेंट फिगर किन्ने हैं 1.752 च राजदीप राजदीप मेरी आवाज आ रही है चलो सिग्निफिकेंट नंबर्स जेडे ने इत्थे 4 ने बेटा ठीक है थोड़ा जिहा ध्यान नाल पढ़ो ਤੁਹਾਨੂੰ ਜ਼ਿਆਦਾ ਆਈਡੀਆ ਲੱਗੂਗਾ बेटा नहीं तो अपना सिलेबस मुक जाना ਦਾ फायदा नहीं निकलना कोई ठीक है मेरे बैकग्राउंड शोर है हुण ठीक है कि तेरे बैकग्राउंड शोर है चल तो सिग्निफिकेंट फिगर्स अपने को बेटा 4 हो गए ये ठीक है नाउ वी वांट टू रिड्यूस इट टू 2 तो अपन की चीज ड्रॉप करनी है आ ड्रॉप करनी है तो पहला तो ड्रॉप कितना करना है अपन उहदे उत्ते ध्यान देना जरूरी है लो जी स्टार्टिंग करते हैं तो आप आ एग्जांपल लेने लेट अस से 1.44 ਤੇ ਆਪਾਂ ਇਹਨੂੰ 2 ਡਿਜਿਟ ਤੱਕ ਲੈ ਕੇ ਜਾਣਾ ਚਾਹੁੰਦੇ ਆ ਤਾਂ ਆਖਰੀ ਡਿਜਿਟ ਜਿਹੜਾ ਹੈ ਆਪਾਂ ਡ੍ਰੌਪ ਕਰਨਾ ਚਾਹੁੰਦੇ ਆ ਜੇ ਆਖਰੀ ਡਿਜਿਟ ਨੂੰ ਤੁਸੀਂ ਡ੍ਰੌਪ ਕਰਨਾ ਚਾਹੁੰਦੇ ਹੋ ਤਾਂ ਇਹਦੇ ਉੱਤੇ ਆਪਾਂ ਧਿਆਨ ਦੇਵਾਂਗੇ ਨਾਓ ਦ ਡਿਜਿਟ ਟੂ ਬੀ ਡ੍ਰੌਪਡ ਇਜ਼ ਲੈਸਰ ਦੈਨ 5 4 ਇਜ਼ ਲੈਸ ਦੈਨ 5 ਜੇ 4 ਇਜ਼ ਲੈਸ ਦੈਨ 5 ਹੈ ਤਾਂ ਇਹਨੂੰ ਬੜੇ ਪਿਆਰ ਨਾਲ ਤੁਸੀਂ ਡ੍ਰੌਪ ਕਰ ਸਕਦੇ ਹੋ ਤੁਹਾਨੂੰ ਕੋਈ ਵੀ ਚੀਜ਼ ਦੀ ਲੋੜ ਨਹੀਂ ਹੈ ਅਪਰੋਕਸੀਮੇਟਲੀ ਇਹ 1.4 ਦੇ ਬਰਾਬਰ ਆ ਜਾਊਗਾ ਤਾਂ 1.4 ਵਿਲ ਬੀ ਦੀ ਨਿਊ ਵੈਲਿਊ Now second, if the digit that is to be dropped is greater than 5, ਜੇ ਆਪਣੇ ਕੋਲੇ ਉਹ greater than 5 ਹੋਵੇ ਜਿਵੇਂ ਕਿ 1.48 ਹੈ ਹੁਣ now 8 is greater than 5 ਜੇ 8 is greater than 5 ਦੇ ਵਿੱਚ ਆਪਾਂ ਜਾਵਾਂਗੇ ਤਾਂ ਤੁਸੀਂ ਇਹ ਆਖਰੀ ਡਿਜਿਟ ਨੂੰ ਤੁਸੀਂ ਡਬਲ ਕਰ ਦੇਣਾ ਤਾਂ ਇਹ ਆਪਣੇ ਕੋਲੇ ਬਣ ਜਾਊਗਾ 1.5 ਅੱਗੇ ਵਧਾ ਦੇਣਾ +1 ਕਰਨਾ ਹੈ ਆ ਬਣ ਗਿਆ ਆਪਣੇ ਕੋਲ 1.5 ਤਾਂ ਆ ਦੋ ਐਗਜ਼ਾਮਪਲ ਤਾਂ ਆਪਣੇ ਵਾਸਤੇ ਬਹੁਤ ਸੌਖੇ ਪੁਆਇੰਟਸ ਨੇ ਇਹ ਦੋਨੋਂ ਤਾਂ ਆਪਾਂ ਬੜੇ ਪਿਆਰ ਨਾਲ ਸਮਝ ਲਵਾਂਗੇ ਹੁਣ ਪੁਆਇੰਟ ਨੰਬਰ 3 ਤੇ ਚੱਲਦੇ ਹਾਂ ਪੁਆਇੰਟ ਨੰਬਰ 3 ਥੋੜਾ ਜਿਹਾ ਘੁਮਾਊ ਹੈ ਇਸ ਨੂੰ ਧਿਆਨ ਨਾਲ ਦੇਖਣਾ ਨਾਓ ਇਫ ਦਾ ਡਿਜਿਟ ਟੂ ਬੀ ਡ੍ਰੌਪਡ ਇਜ਼ 5 ਆਪਾਂ 5 ਨੰਬਰ ਡਿਜਿਟ ਨੂੰ ਹੀ ਡ੍ਰੌਪ ਕਰਨਾ ਹੈ ਆਪਣੇ ਕੋਲੇ 1.65 ਸੀਗਾ ਤਿੰਨ ਡਿਜਿਟਸ ਨੇ ਇਹਦੇ ਵਿੱਚੋਂ ਮੈਂ ਆਖਰੀ ਡਿਜਿਟ ਡ੍ਰੌਪ ਕਰਨਾ ਹੈ ਆਖਰੀ ਡਿਜਿਟ ਮੇਰੇ ਕੋਲੇ ਹੈਗਾ 5 ਜੇ ਮੈਂ 5 ਨੂੰ ਡ੍ਰੌਪ ਕਰਨਾ ਹੈ ਤਾਂ ਮੇਰੇ ਕੋਲੇ ਕੀ ਹੋ ਜਾਊਗਾ ਇਹ ਈਵਨ ਨੰਬਰ ਹੈ ਇਹਦੇ ਬੈਕਗ੍ਰਾਉਂਡ ਜਿਹੜਾ ਨੰਬਰ ਹੈ ਨਾ ਆਪਾਂ ਇਹ ਦੇਖਣਾ ਹੈ 6 ਇਹ ਈਵਨ ਹੈ ਜੇ ਇਹ ਈਵਨ ਹੈ ਤਾਂ ਆਪਾਂ ਨੇ ਇਹਨੂੰ ਆਪਾਂ ਕੋਈ ਇੰਕਰੀਮੈਂਟ ਨਹੀਂ ਕਰਨਾ ਇਟ ਵਿਲ ਬੀ ਸੇਮ ਇਫ ਦੀ ਪ੍ਰੋਸੀਡਿੰਗ ਡਿਜਿਟ ਇਜ਼ ਈਵਨ ਹੁਣ ਮੈਂ ਇੱਥੇ ਦੇਖੂੰਗਾ ਗੱਲ ਕਰਾਂਗੇ ਜੇ ਇਹ ਔਡ ਹੋਵੇ ਤਾਂ ਆਪਣੇ ਕੋਲੇ ਕੀ ਚੀਜ਼ ਆਊਗੀ ਜੇ ਆ ਔਡ ਹੈ ਤਾਂ ਆਪਾਂ ਇਹਨੂੰ ਇੱਕ ਚੀਜ਼ ਐਡ ਕਰ ਦੇਣੀ ਹੈ ਤੇ ਆਪਣੇ ਕੋਲੇ ਬਣ ਜਾਊਗਾ 1.8 ਠੀਕ ਹੈ ਆ 3 ਤੇ 4 ਨੂੰ ਬੇਟਾ ਧਿਆਨ ਨਾਲ ਪੜੋ ਇਹ ਬਹੁਤ ਇੰਪੋਰਟੈਂਟ ਹੈ ਅਗੇਨ ਸੁਣ ਲਓ 1.65 ਹੈ ਇਹਨੂੰ ਜਦੋਂ ਆਪਾਂ ਅਪਰੋਕਸੀਮੇਸ਼ਨ ਲਵਾਂਗੇ ਤਾਂ ਇਹ 1.6 ਹੀ ਰਹੇਗਾ लेकिन जे मेरे को 1.75 होगा इनू जो आप अप्रोक्सीमेशन लवांगे तो 1.8 हो जाऊगा ये दो चीज़ां तुसीं ध्यान नाल देखणियां ने इंपॉर्टेंट अपने वास्ते ठीक है ना कन्फ्यूजन ज़्यादा क्रिएट करता है 3 एंड 4 चलो जी इदू नैक्सट चलते हैं आप 5 नंबर ते 5 दे विच अपने कोले की चीज़ है देखो ना इफ द डिजिट टू बी ड्रॉप्ड इज 5 ठीक है फॉलोड बाय अ नॉन जीरो डिजिट प्रॉब्लम ये आ गई हुण अपने कोले सिर्फ इन्ना नहीं है अपने कोले अगे दा भी न्यूमेरिक हैगा हुण जेड़ा अपने कोले अगे दा भी न्यूमेरिकल है तां आपां इहनूं किवें करांगे तां आ जेड़ा 52 है इहनूं तुसीं मोर देन 5 मन के ही चलोगे मोर देन 5 है तां आखरी डिजिट तुसीं राउंड ऑफ करना सी +1 करना सी जेड़ा सब तो पहला आपां कीता सी रूल नंबर 2 तां रूल नंबर 2 इहदे विच अप्लाई होएगा ते 1.8 बन जाऊगा सिंपल ठीक है बेटा आवाज रुक रुक के आ रही है तो थोड़ा सिग्नल वीक हो सकता है बट ਇਹਦੇ ਵਿੱਚ ਤੁਹਾਡਾ ਸਿਗਨਲ ਵੀ ਵੀਕ ਹੋ ਸਕਦਾ ਮੇਰਾ ਵੀ ਹੋ ਸਕਦਾ ਤੇ ਮੇਰਾ ਜੇ ਹੁੰਦਾ ਤਾਂ ਮੈਨੂੰ ਇੱਥੇ ਨੋਟੀਫਿਕੇਸ਼ਨ ਆ ਜਾਂਦੀ ਕਿ ਯੂਅਰ ਸਿਗਨਲ ਇਜ਼ ਵੀਕ ਮੈਨੂੰ ਲੱਗਦਾ ਤੈਨੂੰ ਨੋਟੀਫਿਕੇਸ਼ਨ ਆਈ ਹੋਣੀ ਹੈ ਕਿ ਯੂਅਰ ਇੰਟਰਨੈਟ ਇਜ਼ ਅਨਸਟੇਬਲ ਤੇ ਚਲੋ ਕੋਈ ਗੱਲ ਨਹੀਂ ਕਦੇ ਕਦੇ ਹੋ ਜਾਂਦੀ ਹੈ ਪ੍ਰੋਬਲਮ ਨਾ
ਕਦੇ ਕਦੇ ਪ੍ਰੋਬਲਮ ਹੋ ਜਾਂਦਾ ਬੇਟਾ, ਕੋਈ ਗੱਲ ਨਹੀਂ। ਤੁਸੀਂ ਜੇ ਇਹ ਜੀ ਕਦੇ ਪ੍ਰੋਬਲਮ ਆਵੇ ਤਾਂ ਰਿਕਾਰਡਡ ਲੈਕਚਰ ਆਪਾਂ ਦੇਖਣਾ ਹੈ। ਰਿਕਾਰਡਡ ਲੈਕਚਰ ਆਪਣਾ ਹੋਈ ਜਾ ਰਿਹਾ, ਰਿਕਾਰਡ ਕਰੀ ਜੰਨੇ ਆ, ਸੇਮ ਟੂ ਸੇਮ ਲੈਕਚਰ ਤੁਹਾਨੂੰ ਮਿਲੂਗਾ, ਤੁਸੀਂ ਰਿਕਾਰਡ ਲੈ ਸਕਦੇ ਹੋ। ਠੀਕ ਹੈ, ਮੇਰਾ ਵੀ ਇੱਥੇ ਵਾਈਫਾਈ ਹੈ ਬੇਟਾ, ਕਈ ਵਾਰ ਵਾਈਫਾਈ ਤੇ ਵੀ ਇੰਟਰਨੈਟ ਵੀਕ ਹੋ ਜਾਂਦਾ ਹੈ, ਤੇ ਉਹ ਇੱਕ ਵਾਰ ਦੇਖ ਲਿਓ ਕਿ ਇੰਟਰਨੈਟ ਵੀਕ ਕਿਹਦਾ ਹੋ ਸਕਦਾ, ਮੇਰਾ ਵੀਕ ਹੋਵੇ, ਜ਼ਰੂਰੀ ਨਹੀਂ ਤੇਰਾ ਹੀ ਵੀਕ ਹੋਵੇ। ਤੇ ਚਲੋ ਕੋਈ ਗੱਲ ਨਹੀਂ, ਠੀਕ ਹੈ ਨਾ। ਰਿਕਾਰਡਡ ਲੈਕਚਰ ਤੁਸੀਂ ਲਗਾਉਣ ਦੀ ਕੋਸ਼ਿਸ਼ ਕਰੋ ਜੇ ਮੇਰੀ ਆਵਾਜ਼ ਕੱਟ ਰਹੀ ਹੈ ਤਾਂ। ਓਕੇ, ਇਹਦਾ ਕੁਝ ਕੀਤਾ ਨਹੀਂ ਜਾ ਸਕਦਾ ਨਾ, ਇਹ ਆਪਣੇ ਹੱਥ ਚੋਂ ਬਾਹਰ ਹੈਗੇ, ਨਾ ਤਾਂ ਮੈਂ ਇੰਟਰਨੈਟ ਤੇ ਤੇਜ਼ ਕਰ ਸਕਾਂ, ਨਾ ਤੂੰ ਕਰ ਸਕੇ, ਦੈਟ ਇਜ਼ ਵਾਈ। ਚਲੋ ਤਾਂ ਬੱਚੇ ਇੱਕ ਵਾਰ ਮਾਈਕ ਔਨ ਕਰਕੇ ਮੈਨੂੰ ਦੱਸ ਦੇ ਆ ਚੀਜ਼ ਤੈਨੂੰ ਸਮਝ ਲੱਗ ਗਈ ਕਿ ਨਹੀਂ ਸਮਝ ਲੱਗ ਗਈ? ਹਾਂਜੀ ਸਰ। ਚਲੋ ਬਸ ਜਿੰਨੀ ਕੁ ਆਵਾਜ਼ ਆ ਰਹੀ ਹੈ ਇੰਨੀ ਕੁ ਤਾਂ ਵਧੀਆ। ਲਓ ਜੀ, ਤਾਂ ਹੁਣ ਇਹ ਆ ਗਿਆ ਤੁਹਾਡੇ ਕੋਲੇ ਰਾਉਂਡ ਆਫ ਤੇ ਸਿਗਨੀਫੀਕੈਂਟ ਫਿਗਰ। ਮੈਂ ਤੁਹਾਨੂੰ ਇੱਕ ਵਾਰ ਦੁਬਾਰਾ ਕਰਵਾਤਾ, ਬਹੁਤ ਇੰਪੋਰਟੈਂਟ ਪੁਆਇੰਟ ਹੈ ਬੇਟਾ, ਇਹ ਦੋਨੋਂ ਚੀਜ਼ਾਂ ਨੂੰ ਤੁਸੀਂ ਭੁੱਲਣਾ ਨਹੀਂਗਾ, ਤਾਂ ਹੀ ਮੈਂ ਤੁਹਾਨੂੰ ਦੁਬਾਰਾ ਕਰਵਾਈਆਂ ਨੇ। ਠੀਕ ਹੈ, ਇਹਦੇ ਵਿੱਚੋਂ ਕੁਐਸਚਨ ਲਾਜ਼ਮੀ ਹੈ, ਆਊਗਾ ਹੀ ਆਊਗਾ। ਠੀਕ ਹੈ, ਚਲੋ ਜੀ ਹੁਣ ਆਪਾਂ ਚੱਲਦੇ ਹਾਂ ਨੈਕਸਟ। ਨੈਕਸਟ ਸ਼ੀਟ ਹੈ ਜਿਹੜੀ ਆਪਣੀ, ਉਹ ਹੈ ਆਪਣੇ ਕੋਲੇ ਐਰਰਸ ਦੀ। ਇਹ ਆਪਣਾ ਹੈਗਾ ਲਾਈਕ ਵਨ ਆਫ ਦੀ ਲਾਸਟ ਟੌਪਿਕਸ ਆਫ ਦਿਸ ਚੈਪਟਰ ਵਿਚ ਇਜ਼ ਲਾਈਕ ਵੈਰੀ ਇੰਪੋਰਟੈਂਟ। ਇਹਦੇ ਵਿੱਚੋਂ ਦੀ ਆਪਣੇ ਕੋਲੇ ਨੂਮੈਰੀਕਲਸ ਵੀ ਆਉਂਦੇ ਨੇ, ਇਸ ਕਰਕੇ ਇਹਨੂੰ ਆਪਾਂ ਧਿਆਨ ਨਾਲ ਪੜ੍ਹਨਾ ਹੈ। ਠੀਕ ਹੈ, ਦੇਖੋ ਜੀ, ਤਾਂ ਸਭ ਤੋਂ ਪਹਿਲਾਂ ਆਪਣੇ ਕੋਲ ਕੀ ਆ ਜਾਊਗਾ, ਚਲੋ ਲਓ ਜੀ, ਹੁਣ ਦੇਖੋ ਬੇਟਾ ਆਪਣੇ ਕੋਲੇ ਨਾਓ ਦ ਨੈਕਸਟ ਟੌਪਿਕ ਇਜ਼ ਐਰਰਸ। ਤੇ ਇਹਦੇ ਵਿੱਚ ਕੀ ਚੀਜ਼, ਐਰਰਸ ਦਾ ਕੀ ਮਤਲਬ ਹੈ? ਐਰਰ ਦਾ ਮਤਲਬ ਹੁੰਦਾ ਹੈ, ਹੁਣ ਜਿਵੇਂ ਮੈਂ ਤੁਹਾਨੂੰ ਆਈਫੋਨ ਦਾ ਹੀ ਐਗਜ਼ਾਮਪਲ ਲਿਆ ਹੋਇਆ ਆਪਾਂ। ਹੁਣ ਤੁਸੀਂ ਮੰਨ ਲਓ ਆਈਫੋਨ ਦੀ ਕੰਪਨੀ 'ਚ ਕੰਮ ਕਰਦੇ ਹੋ, ਤੇ ਤੁਸੀਂ ਉਹਦੀ ਲੈਂਥ ਤੇ ਬ੍ਰੈਡਥ ਤੁਸੀਂ ਫਾਈਂਡ ਕੀਤੀ। ਠੀਕ ਹੈ, ਤੁਸੀਂ ਕਿਹਾ ਸਰ ਮੇਰੇ ਹਿਸਾਬ ਨਾਲ ਤਾਂ ਮੋਬਾਈਲ ਆਪਣਾ ਬਹੁਤ ਵਧੀਆ ਹੈ, ਤੇ ਤੁਸੀਂ ਇਹਨੂੰ ਕਰ ਦਿਓ ਅੱਗੇ ਸੇਲ ਤੇ ਲਾ ਦਿਓ। ਬਾਅਦ ਚੋਂ ਕਿਸੇ ਬੰਦੇ ਨੇ ਤੁਹਾਡੇ ਤੇ ਕੇਸ ਕਰਤਾ, ਕਹਿੰਦਾ ਕਿ ਵੀ ਇਹਦੇ ਵਿੱਚ ਤਾਂ ਐਰਰ ਹੈਗੀ ਹੈ, ਸਕਰੀਨ ਤੁਹਾਡੀ ਵੱਡੀ ਜਾਂ ਛੋਟੀ ਵੀ ਹੈ। ਤਾਂ ਉਹਦੇ ਵਿੱਚ ਆਪਾਂ ਦੇਖਣਾ ਚਾਹੁੰਦੇ ਹਾਂ ਕਿ ਐਰਰ ਕਿਹਨੇ ਕੀਤੀ ਤੇ ਕਿੰਨੀ ਕੀਤੀ। ਠੀਕ ਹੈ, ਨਾਓ ਐਰਰ ਕਿੰਨੀ ਹੋਈ ਆਪਾਂ ਉਹ ਚੀਜ਼ ਦੇਖਾਂਗੇ। ਤਾਂ ਐਰਰ ਦੇ ਆਪਣੇ ਕੋਲੇ ਕੀ ਕੀ ਟਾਈਪਸ ਨੇ ਆਪਾਂ ਉਹ ਦੇਖਦੇ ਹਾਂ। ਨਾਓ ਦ ਮੇਜਰਡ ਵੈਲਿਊ ਆਫ ਅ ਕੁਆਂਟੀਟੀ ਇਜ਼ ਯੂਜੂਅਲੀ ਡਿਫਰੈਂਟ ਫਰੋਮ ਦੀ ਟਰੂ ਵੈਲਿਊ। ਟਰੂ ਵੈਲਿਊ ਤੋਂ ਅਲੱਗ ਹੀ ਹੁੰਦੀ ਆ ਉਹ। ਤੇ ਜਦੋਂ ਤੁਸੀਂ ਮੈਜਰ ਕੀਤਾ ਤੁਹਾਨੂੰ ਲੱਗਿਆ ਕਿ ਸਰ ਮੇਰੇ ਹਿਸਾਬ ਨਾਲ ਬਿਲਕੁਲ ਕਰੈਕਟ ਹੈ, ਬਟ ਉਹ ਕਰੈਕਟ ਨਹੀਂ ਸੀ। ਠੀਕ ਹੈ, ਤੁਹਾਡੀ ਕੰਪਨੀ ਵਾਲਿਆਂ ਨੇ ਪਕੜ ਲਿਆ ਕਿ ਜੀ ਨਹੀਂ ਤੁਹਾਡੇ ਤੋਂ ਗਲਤੀ ਹੋਈ ਹੈ, ਤਾਂ ਉਹ ਆਪਾਂ ਐਰਰ ਦੇਖਦੇ ਹਾਂ ਵੀ ਕਿੰਨੇ % ਐਰਰ ਹੋਈ, ਆਪਾਂ ਇਹ ਦੇਖਣਾ ਚਾਹੁੰਦੇ ਹਾਂ। ਤਾਂ ਐਰਰ ਨੂੰ ਆਪਾਂ ਐਕਚੁਅਲ ਚ ਡਿਫਾਈਨ ਕਰਦੇ ਹਾਂ ਕਿ ਦ ਡਿਫਰੈਂਸ ਬਿਟਵੀਨ ਦੀ ਟਰੂ ਵੈਲਿਊ ਐਂਡ ਦ ਮੇਜਰਡ ਵੈਲਿਊ, ਜਿੰਨੀ ਉਹਦੀ ਐਕਚੁਅਲ ਚ ਹੈ ਤੇ ਜਿੰਨੀ ਤੁਸੀਂ ਮੇਜਰ ਕੀਤੀ, that is called error. So now types of errors. Types of error ਦੇ ਵਿੱਚ ਆਪਣੇ ਕੋਲ ਸਭ ਤੋਂ ਪਹਿਲੀ error ਆ ਗਈ systematic error. Now systematic error ਇੱਕ ਹੁੰਦਾ ਆਪਣੇ ਕੋਲ systematic error, ਇੱਕ ਹੁੰਦੀ ਆਪਣੇ ਕੋਲ random error. ਇਹ ਦੋਨਾਂ 'ਚ ਕੀ ਫਰਕ ਹੈ ਬੇਟਾ? systematic error ਉਹ ਹੁੰਦੀ ਹੈ which can be reduced. ਇਹ systematic ਹੈ, ਵੀ systematic error ਹੈ ਤੇ because ਇਹ ਸਿਸਟਮ ਦੇ ਕਰਕੇ ਆਈ ਹੈ we can reduce it. ਠੀਕ ਹੈ, ਤਾਂ ਉਹ ਕਿਵੇਂ ਹੁੰਦੀ ਹੈ? ਜਿਵੇਂ ਕਿ ਮੰਨ ਲਓ instrumental error, ਕਿ ਤੁਹਾਡਾ ਇੰਸਟਰੂਮੈਂਟ ਹੀ ਖਰਾਬ ਸੀ, ਤਾਂ ਤੁਮਨੇ ਕੀ ਕੀਤਾ, ਤੁਮਨੇ ਕੰਪਨੀ ਨੂੰ ਕਿਹਾ ਕਿ ਸਰ ਮੈਂ ਕੀ ਕਰਾਂ ਜੀ, ਇੰਸਟਰੂਮੈਂਟ ਖਰਾਬ ਸੀ, ਮੇਰੀ ਤਾਂ ਕੋਈ ਗਲਤੀ ਨਹੀਂ, ਤੁਸੀਂ ਇੰਸਟਰੂਮੈਂਟ ਦਿੱਤਾ ਹੈ। ਤਾਂ ਇਹਨੂੰ ਆਪਾਂ ਕਹਿੰਦੇ ਇੰਸਟਰੂਮੈਂਟਲ ਨਾ, ਐਰਰਸ ਬਿਕੋਜ਼ ਆਫ ਦੀ ਫਾਲਟੀ ਇੰਸਟਰੂਮੈਂਟ। ਨਾਓ ਪ੍ਰੋਸੀਜਰਲ ਐਰਰ, ਤੁਸੀਂ ਜਦੋਂ ਦੱਸਿਆ ਵੀ ਮੈਂ ਜੀ ਐਂ ਕਰਕੇ ਮੈਜ਼ਰਮੈਂਟ ਕੀਤੀ ਸੀ, ਤੁਹਾਡੇ ਮੈਨੇਜਰ ਨੇ ਤੁਹਾਨੂੰ ਦੱਸਿਆ ਕਿ ਬੇਟਾ ਗਲਤ ਹੈ, ਐਂ ਨਹੀਂ ਹੁੰਦਾ, ਦਿਸ ਇਜ਼ ਦੀ ਰੋਂਗ ਪ੍ਰੋਸੀਜਰ, ਤੁਹਾਨੂੰ ਆਹ ਰਾਈਟ ਪ੍ਰੋਸੀਜਰ ਦੇ ਅਕੋਰਡਿੰਗ ਮੂਵ ਕਰਨਾ, ਤੁਸੀਂ ਗਲਤੀ ਕੀਤੀ ਹੈ। ਤਾਂ ਇੱਥੇ ਤੁਹਾਡੀ ਗਲਤੀ ਪਕੜੀ ਗਈ, ਦੈਟ ਇਜ਼ ਪ੍ਰੋਸੀਜਰ। ਤੁਸੀਂ ਪ੍ਰੋਸੀਜਰ ਚੇਂਜ ਕਰਤਾ, ਤੁਹਾਡਾ ਕੰਮ ਠੀਕ ਹੋ ਗਿਆ। ਪਰਸਨਲ ਐਰਰ, ਪਰਸਨਲ ਐਰਰ ਮਤਲਬ ਦ ਪਰਸਨ ਹੂ ਇਜ਼ ਮੇਜਰਿੰਗ ਇਜ਼ ਨਾਟ ਐਕਸਪਰਟ। ਤੁਸੀਂ ਮੇਜਰ ਕਰ ਰਹੇ ਹੋ ਤੇ ਤੁਸੀਂ ਐਕਸਪਰਟ ਹੀ ਨਹੀਂ ਗਏ, ਤੁਸੀਂ ਕਹੋਗੇ ਸਰ ਮੇਰੇ ਤੋਂ ਜੀ ਗਲਤੀ ਹੋ ਜਾਂਦੀ ਹੈ, ਆਈ ਐਮ ਨਾਟ ਦੈਟ ਐਕਸਪਰਟ, ਤਾਂ ਜਿਹਦੇ ਉਹਨੂੰ ਆਪਾਂ ਕਹਿੰਦੇ ਆ ਪਰਸਨਲ ਐਰਰ, ABC। ਇਹਨੂੰ ਆਪਾਂ ਕਹਿੰਦੇ ਆ ਸਿਸਟਮੈਟਿਕ ਐਰਰਸ, ਐਂਡ ਆਲ ਥੀਸ 3 ਐਰਰਸ ਆਰ ਰਿਡਿਊਸੇਬਲ। ਇਹਨਾਂ ਨੂੰ ਆਪਾਂ ਘਟਾ ਸਕਦੇ ਹਾਂ, ਆਪਾਂ ਆਪਦੀ ਚੀਜ਼ਾਂ ਨੂੰ ਬੈਟਰ ਕੀਤਾ, ਆਪਾਂ ਇਹਨਾਂ ਨੂੰ ਘਟਾਤਾ। ਸੋ ਥੀਸ ਆਰ ਸਿਸਟਮੈਟਿਕ ਐਰਰਸ। ਲੇਕਿਨ ਉਸ ਤੋਂ ਬਾਅਦ ਕੁਝ ਐਰਰਸ ਹੈ ਜੀਆਂ ਪਾਈਆਂ ਗਈਆਂ ਜਿਹੜੀਆਂ ਰੈਂਡਮ ਐਰਰਸ ਨੇ, ਮਤਲਬ ਇਹ ਤਾਂ ਐਰਰਸ ਆਉਣੀਆਂ ਹੀ ਆਉਣੀਆਂ ਨੇ। ਹੁਣ ਜਿਵੇਂ ਮੰਨ ਲਓ ਤੁਸੀਂ ਕੁਝ ਆਈਫੋਨ ਦਾ ਵੀ ਐਂ ਹੁੰਦਾ ਹੋਊਗਾ, ਜਦੋਂ ਉਹਨਾਂ ਨੇ ਮੈਨੂਫੈਕਚਰ ਕਰਦੇ ਹੋਣੇ ਨਾ, ਤਾਂ ਬੜੀ ਸਕਰੀਨਸ ਇਹ ਜਿਹੀਆਂ ਹੋਣੀਆਂ ਜਿਹੜੀਆਂ ਕਿ ਥੋੜੀਆਂ ਜੀਆਂ ਸਾਈਜ਼ 'ਚ ਵੱਡੀਆਂ ਜਾਂ ਛੋਟੀਆਂ ਹੋਣਗੀਆਂ,
ਉਹਦੇ ਵਿੱਚ ਜਦੋਂ ਲਗਾਉਣ ਦੀ ਕੋਸ਼ਿਸ਼ ਕਰਨਗੇ ਉਹ ਫਿੱਟ ਨਹੀਂ ਹੋਣੀ, ਤਾਂ ਉਹਨਾਂ ਨੇ ਕਹਿਣਾ ਕਿ ਯਾਰ ਆਹ ਵਾਲੀ ਇਹਦੇ ਵਿੱਚ ਐਰਰ ਹੈ, ਇਹਨੂੰ ਅਲੱਗ ਰੱਖੋ, ਉਹਨੂੰ ਅਲੱਗ ਰੱਖ ਲੈਣਗੇ, ਦੂਜੇ ਨੂੰ ਉਹਦੇ ਵਿੱਚ ਫਿੱਟ ਕਰਨ ਦੀ ਕੋਸ਼ਿਸ਼ ਕਰਨਗੇ। ਤਾਂ ਉੱਥੇ ਜਿਹੜੀਆਂ ਐਰਰਸ ਪਕੜੀਆਂ ਜਾਣਗੀਆਂ that are called random errors। ਇਹਦੇ ਵਿੱਚ ਕਿਸੇ ਦੀ ਗਲਤੀ ਨਹੀਂ, ਇਹਨਾਂ ਨੇ ਹੋਣੀ ਹੀ ਹੋਣੀ ਹੈ। they occur consistently and irregularly। ਕੰਸਿਸਟੈਂਟਲੀ ਵੀ ਹੁੰਦੀ ਹੈ ਤੇ ਇਰੈਗੂਲਰਲੀ, ਮਤਲਬ ਇਹਦੀ ਵੈਲਿਊ ਕਦੇ ਵੱਧ ਜਾਂਦੀ ਹੈ ਕਦੇ ਘਟ ਜਾਂਦੀ ਹੈ, ਇਹਦੀ ਵੈਲਿਊ ਤੇ ਕੋਈ ਵੀ ਉਹ ਨਹੀਂਗਾ, ਸਿਸਟਮ ਨਹੀਂਗਾ ਵੀ ਕਿੰਨੀ ਐਰਰ ਵਧੂਗੀ ਜਾਂ ਘਟੂਗੀ, ਹੋ ਸਕਦਾ ਘੱਟ ਹੋਵੇ, ਹੋ ਸਕਦਾ ਵੱਧ ਹੋਵੇ। ਆਹ ਪ੍ਰੋਬਲਮ ਆਪਾਂ ਨੂੰ ਆਉਂਦੀ ਹੈ, ਤਾਂ ਦਿਸ ਇਜ਼ ਰੈਂਡਮ ਐਰਰ। Theoretical questions ਆਉਣਗੇ ਪੇਪਰ ਦੇ ਵਿੱਚ, what are random errors, what are the types of errors, how can they be reduced, all that kind of thing। ਤਾਂ ਇਹਨੂੰ ਤੁਸੀਂ ਚੰਗੀ ਤਰ੍ਹਾਂ ਕਰੋ, ਚੰਗੀ ਤਰ੍ਹਾਂ ਆਪਣੇ ਵਾਸਤੇ ਕਰਨੀ ਬਹੁਤ ਜ਼ਰੂਰੀ। ਇਸ ਤੋਂ ਬਾਅਦ ਆਪਾਂ ਨੇ ਕੀਤਾ ਜੀ ਲੀਸਟ ਕਾਊਂਟ ਐਰਰਸ। ਲੀਸਟ ਕਾਊਂਟ ਐਰਰਸ ਆਪਣੇ ਕੋਲੇ ਹੁੰਦਾ ਇੱਕ ਇਹ ਵੀ ਇੰਸਟਰੂਮੈਂਟ ਹੈ, ਇਹ ਥਰਡ ਐਰਰ ਹੈ ਲੀਸਟ ਕਾਊਂਟ ਐਰਰ। ਇਹਨੂੰ ਆਪਾਂ ਦੇਖਦੇ ਹਾਂ ਬੇਟਾ। ਇਸ ਚੈਪਟਰ ਦੇ ਵਿੱਚ ਬਹੁਤ ਜ਼ਿਆਦਾ ਧਿਆਨ ਨਾਲ ਪੜ੍ਹਨ ਦੀ ਲੋੜ ਹੈ, ਮੈਂ ਤੁਹਾਨੂੰ ਪਹਿਲਾਂ ਦੱਸ ਰਿਹਾ। ਇਹਨੂੰ ਆਪਾਂ ਨੂੰ ਰਿਵੀਜ਼ਨ ਵੀ 2-3 ਵਾਰ ਕਰਨੀ ਪਊਗੀ, ਨਹੀਂ ਤਾਂ ਆਪਣੇ ਪੱਲੇ ਨਹੀਂ ਪੈਣਾ। देखो लीस्ट एरर अपने को की होंदा है कि जिवें तुहाडा जिहड़ा इंस्ट्रूमेंट है ना, वो घट्टो घट्ट कितनी वैल्यू नोट कर सकता है, घट्टो घट्ट कितनी वैल्यू रिकॉर्ड कर सकता है। जिवें कि तुसीं मान लो तुहाडे कोल स्केल हुंदा सी ना 15 सेंटीमीटर वाला, ਉਹਦੇ ਵਿੱਚ ਜੇ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਛੋਟੀ ਤੋਂ ਛੋਟੀ ਲੈਂਥ ਖਿੱਚਣੀ ਹੈ ਤੇ ਤੁਸੀਂ ਕਿਹੜੀ ਲੈਂਥ ਖਿੱਚ ਸਕਦੇ ਹੋ, ਛੋਟੀ ਤੋਂ ਛੋਟੀ, ਤਾਂ ਤੁਸੀਂ ਕਹੋਗੇ ਕਿ ਸਰ ਦੇਖੋ 1 ਸੈਂਟੀਮੀਟਰ ਤਾਂ ਹੈਗਾ ਹੀ ਹੈਗਾ, ਲੇਕਿਨ ਉਹਦੇ ਵਿੱਚ ਐਂ ਕਰਕੇ ਮਿਲੀਮੀਟਰ ਵੀ ਬਣੇ ਹੋਏ ਆ, ਤਾਂ ਮੈਂ 1 ਮਿਲੀਮੀਟਰ ਲੈਂਥ ਖਿੱਚ ਸਕਦਾ। ਤਾਂ 1 ਮਿਲੀਮੀਟਰ ਲੈਂਥ ਤਾਂ ਤੁਸੀਂ ਐਗਜ਼ੈਕਟ ਖਿੱਚ ਸਕਦੇ ਹੋ, ਇਹਦੇ ਵਿੱਚ ਕੋਈ ਡਾਊਟ ਨਹੀਂ, ਬਟ ਕੀ ਤੁਸੀਂ 1 ਮਿਲੀਮੀਟਰ ਤੋਂ ਛੋਟੀ ਲੈਂਥ ਖਿੱਚ ਸਕਦੇ ਹੋ? ਦੀ ਆਨਸਰ ਇਜ਼ ਨੋ। ਆਪਾਂ ਕਹਾਂਗੇ ਨਹੀਂ। ਹੁਣ ਜੇ ਮੰਨ ਲਓ ਕੱਲ ਮੈਂ ਤੁਹਾਨੂੰ ਕਹਿ ਦਿਆਂ ਕਿ ਇੱਕ ਸਕੇਲ ਨਵਾਂ ਮਿਲਿਆ ਹੈ, ਉਸ ਸਕੇਲ 'ਚ ਸਿਰਫ ਸੈਂਟੀਮੀਟਰਸ ਦੀ ਹੀ ਲੱਗਿਆ ਹੋਇਆ, 1 ਸੈਂਟੀਮੀਟਰ, 2 ਸੈਂਟੀਮੀਟਰ, 3 ਸੈਂਟੀਮੀਟਰ, 4 5 6। ਹੁਣ ਮੈਨੂੰ ਦੱਸੋ, ਮੈਂ ਤੁਹਾਨੂੰ ਕਹਿੰਦਾ 1.21, ਜਾਂ ਤੁਸੀਂ ਦੱਸੋ ਵੀ ਇਹਦੇ ਚੋਂ ਮਿਨੀਮਮ ਲੈਂਥ ਤੁਸੀਂ ਕਿੰਨੀ ਲਾਈਨ ਖਿੱਚ ਸਕਦੇ ਹੋ? ਤੁਸੀਂ ਕਹੋਗੇ ਸਰ ਮੈਂ 1 ਸੈਂਟੀਮੀਟਰ ਦੀ ਬਿਲਕੁਲ ਐਗਜ਼ੈਕਟ ਖਿੱਚ ਦੂੰਗਾ, ਲੇਕਿਨ ਉਦੋਂ ਜਿਹੜੀ ਛੋਟੀ ਹੈ ਉਹ ਮੈਂ ਐਗਜ਼ੈਕਟ ਲਾਈਨ ਨਹੀਂ ਖਿੱਚ ਸਕਦਾ। ਜੇ ਮੈਂ ਤੁਹਾਨੂੰ ਕਹਾਂ 1 ਮਿਲੀਮੀਟਰ, 5 ਮਿਲੀਮੀਟਰ, 4 ਮਿਲੀਮੀਟਰ, you can't do the justice here। ਇੱਥੇ ਤੁਸੀਂ ਲਾਈਨ ਨਹੀਂ ਲਗਾ ਸਕਦੇ। that is called the least count। ਤਾਂ least count basically ਹੈ ਕਿ it is the minimum value that can be measured exactly। measured exactly। ਹੁਣ ਜਿਵੇਂ ਮੇਰੇ ਕੋਲ ਆ ਜੇ ਸਕੇਲ ਹੈ, ਤਾਂ ਤੁਸੀਂ ਕਿੰਨੀ ਲੈਂਥ ਦੀ ਮਿਨੀਮਮ ਮੇਜਰਮੈਂਟ ਤੁਸੀਂ ਕਰ ਸਕਦੇ ਹੋ? ਤਾਂ ਤੁਸੀਂ ਕਹੋਗੇ ਕਿ ਸਰ ਮੈਂ ਤਾਂ ਆਹ ਵਾਲੀ ਵੈਲਿਊ, ਛੋਟੀ ਜਿਹੀ ਜਿਹੜੀ ਵੈਲਿਊ ਹੈ, ਇਹਨੂੰ ਮੈਂ ਮਿਨੀਮਮ ਇਹਨੂੰ ਮੈਂ ਮੇਜਰ ਕਰ ਸਕਦਾ। ਤਾਂ ਇਹ ਡਿਪੈਂਡ ਕਰਦਾ ਹੈ ਕਿ ਤੁਹਾਡਾ ਇੰਸਟਰੂਮੈਂਟ ਕਿੰਨਾ ਸੋਫਿਸਟੀਕੇਟਡ ਹੈ। ਠੀਕ ਹੈ, ਜਿਵੇਂ ਕਿ ਜਿਹੜਾ ਤੁਹਾਡਾ ਆ ਸਕੇਲ ਹੁੰਦਾ ਨਾ, ਇਹਦੇ ਵਿੱਚ ਲੀਸਟ ਕਾਊਂਟ ਹੁੰਦਾ 1 ਮਿਲੀਮੀਟਰ, ਬਟ देयर आर ਅਦਰਸ, ਜਿਵੇਂ ਕਿ ਵਰਨੀਅਰ ਕੈਲੀਪਰ, ਜਾਂ ਤੁਸੀਂ ਕਹਿ ਲਓ ਇੱਕ ਹੁੰਦਾ ਹੈ ਵਰਨੀਅਰ ਕੈਲੀਪਰ, ਇੱਕ ਹੁੰਦਾ ਆਪਣੇ ਕੋਲ ਸਕਰੂ ਗੌਜ। ਠੀਕ ਹੈ, ਹੁਣ ਵਰਨੀਅਰ ਕੈਲੀਪਰ ਹੈ ਤੇ ਸਕਰੂ ਗੌਜ ਹੈ, ਇਹਨਾਂ ਦੇ ਵਿੱਚ ਕੀ ਖਾਸੀਅਤ ਹੁੰਦੀ ਹੈ ਬੇਟਾ? ਇਹ 1 ਮਿਲੀਮੀਟਰ ਨੂੰ ਵੀ ਅੱਗੇ 1 ਡੈਸੀਮਲ ਅੱਗੇ ਲੈ ਕੇ ਜਾਂਦੇ ਆ। ਮਤਲਬ ਇਹਦੇ ਵਿੱਚ ਤੁਸੀਂ 0.01 ਤੱਕ ਮੂਵ ਕਰ ਸਕਦੇ ਹੋ, 0.01 ਸੈਂਟੀਮੀਟਰ ਤੱਕ ਲੈ ਕੇ ਜਾ ਸਕਦੇ ਹੋ। ਲੇਕਿਨ ਸਕਰੂ ਗੌਜ ਦੇ ਵਿੱਚ 0.001 ਤੱਕ ਲੈ ਕੇ ਜਾ ਸਕਦੇ ਹੋ ਸੈਂਟੀਮੀਟਰਾਂ ਦੇ ਵਿੱਚ। ਜੇ ਆਪਾਂ ਗੱਲ ਕਰੀਏ, ਤੁਹਾਡਾ ਨਾਰਮਲ ਜਿਹੜਾ ਸਕੇਲ ਹੈ ਇਹਦੇ ਵਿੱਚ ਆਪਾਂ ਜਾ ਸਕਦੇ ਹਾਂ 1.0 ਸੈਂਟੀਮੀਟਰ ਤੱਕ, ਜਾਂ 0.1 ਕਹਿ ਲਓ ਇੱਥੇ। ਬਈ ਮਿਨੀਮਮ ਤੁਸੀਂ 1 ਮਿਲੀਮੀਟਰ ਹੈ, ਵਰਨੀਅਰ ਕੈਲੀਪਰ 'ਚ 1 ਡੈਸੀਮਲ ਅੱਗੇ, ਸਕਰੂ ਗੌਜ ਦੇ ਵਿੱਚ 1 ਹੋਰ ਡੈਸੀਮਲ ਅੱਗੇ। ਤਾਂ ਤੁਸੀਂ ਇੱਕ ਬਹੁਤ ਜ਼ਿਆਦਾ ਸੋਫਿਸਟੀਕੇਟਡ ਇੰਸਟਰੂਮੈਂਟ ਨੂੰ ਯੂਜ਼ ਕਰਦੇ ਹੋਏ, ਤੁਹਾਨੂੰ ਮੈਂ ਪੁੱਛਾਂਗੇ ਤੁਹਾਡਾ ਜਿਹੜਾ ਆਈਫੋਨ ਹੈ ਉਹਦੀ ਥਿਕਨੈਸ ਕਿੰਨੀ ਹੈ, ਤਾਂ ਤੁਸੀਂ ਸਕਰੂ ਗੌਜ ਤੇ ਵਰਨੀਅਰ ਕੈਲੀਪਰ ਦੇ ਅਕੋਰਡਿੰਗ ਤੁਸੀਂ ਮੈਨੂੰ ਜਵਾਬ ਦੇ ਸਕਦੇ ਹੋ, ਬੇਸਡ ਔਨ ਡੈਸੀਮਲ ਪੋਜੀਸ਼ਨ। ਇਜ਼ ਇਟ ਓਕੇ? ਆਹ ਚੀਜ਼ ਹੈ, ਇਹਨੂੰ ਆਪਾਂ ਕਹਿੰਦੇ ਆ ਲੀਸਟ ਕਾਊਂਟ। ਪਹਿਲਾਂ ਤਾਂ ਲੀਸਟ ਕਾਊਂਟ ਨੂੰ ਸਮਝਣਾ ਜ਼ਰੂਰੀ ਹੈ ਕਿ ਲੀਸਟ ਕਾਊਂਟ ਕੀ ਚੀਜ਼ ਹੈ। ਹੁਣ ਆਪਾਂ ਦੇਖਦੇ ਹਾਂ ਵੀ ਆਪਣੇ ਐਰਰ ਕਿਉਂ ਹੋਈ। ਤੁਸੀਂ ਕਿਹਾ ਜੀ ਮੇਰੀ ਐਰਰ ਇਸ ਕਰਕੇ ਹੋਈ ਕਿਉਂਕਿ ਤੁਸੀਂ ਜਿਹੜਾ ਇੰਸਟਰੂਮੈਂਟ ਦਿੱਤਾ ਹੈ ਨਾ, ਇਹਦੀ ਅਪਰੋਕਸੀਮੇਸ਼ਨ ਉਨੀ ਹੈ ਹੀ ਨਹੀਂ। ਇਹ ਤਾਂ ਵਿਚਾਰਾ 1.1 ਸੈਂਟੀਮੀਟਰ ਤੱਕ ਹੀ ਨੋਟ ਕਰ ਸਕਦਾ ਹੈ, ਮੈਨੂੰ ਨੋਟ ਕਰਨਾ ਪੈ ਰਿਹਾ ਹੈ 1.001 ਸੈਂਟੀਮੀਟਰ ਤੱਕ। ਤਾਂ ਬੈਟਰ ਇਹ ਹੈ ਵੀ ਤੁਸੀਂ ਮੈਨੂੰ ਸਕਰੂ ਗੌਜ ਲਿਆ ਕੇ ਦਿਓ, ਤੁਸੀਂ ਆਹ ਵਾਲਾ ਸਕੇਲ ਮੈਨੂੰ ਨਾ ਦਿਓ ਜਿਹੜਾ ਤੁਸੀਂ ਮੈਨੂੰ 10ਵੀਂ ਕਲਾਸ 'ਚ ਦਿੰਦੇ ਹੁੰਦੇ ਸੀ। ਇਹ ਸਕੇਲ ਜਸਟਿਸ ਨਹੀਂ ਕਰ ਸਕਦਾ। ਮੇਰੀ ਤਾਂ ਐਕਸਪਰਟਨੈਸ ਬਹੁਤ ਜ਼ਿਆਦਾ ਹੈ, ਲੇਕਿਨ ਆ ਐਕਸਪਰਟ ਜਿਹੜਾ ਸਕੇਲ ਹੈ ਇਹ ਖਰਾਬ ਹੈ। Errors which occur due to the least count of the measuring instrument,
they are known as least count errors। ਤਾਂ ਇੱਥੇ मैंने ਕੀ ਐਗਜ਼ਾਮਪਲ ਦਿੱਤਾ ਕਿ ਜੇ ਮੇਰੇ ਕੋਲੇ 1 ਮਿਲੀਮੀਟਰ ਵਾਲਾ ਹੈ ਤਾਂ ਮੈंने ਤੁਹਾਨੂੰ ਰਿਪੋਰਟ ਕੀਤਾ ਕਿ ਜੀ ਇਹਦੀ ਲੈਂਥ ਹੈ 3.4 ਮਿਲੀਮੀਟਰ। ਇਹਦਾ ਮਤਲਬ ਇਹ ਹੈ ਕਿ 3.4 ਇਜ਼ ਦੀ ਮਿਨੀਮਮ। ਜੇ ਇਹਦੀ ਜਿਹੜੀ ਲੈਂਥ ਹੈ 3.4 ਤੋਂ ਜ਼ਿਆਦਾ ਹੀ ਹੈ, ਘੱਟ ਨਹੀਂ ਹੋ ਸਕਦੀ। ਤਾਂ 3.4 ਤੇ 3.5 ਦੇ ਵਿਚਲੀ ਕੋਈ ਵੈਲਿਊ ਹੈ, ਬਟ ਆਹ ਵੈਲਿਊ ਕਿੰਨੀ ਹੈ ਮੈਨੂੰ ਪਤਾ ਨਹੀਂ। ਇਟ ਕੈਨ ਬੀ 3.45, ਇਟ ਕੈਨ ਬੀ 3.4, ਬਟ ਆਈ ਐਮ ਨॉट श्योर अबाउट इट। दिस काइंड ऑफ एरर इज नोन एज लीस्ट काउंट एरर। बेटा गल क्लियर होगी? हाँ जी, यस नो? हाँ जी सर। ਹੁਣ ਦੇਖੋ, ਹੁਣ ਆਪਾਂ ਨੂੰ ਐਰਰਸ ਦੇ ਟਾਈਪ ਪਤਾ ਲੱਗ ਗਏ, ਬਟ ਮੈਥਮੈਟਿਕਸ ਦੇ ਵਿੱਚ ਆਪਾਂ ਇਹਨੂੰ ਕਿਵੇਂ ਲੈ ਕੇ ਆਵਾਂਗੇ? ਤਾਂ ਮੈਥਮੈਟਿਕਲੀ ਕੀ ਹੁੰਦਾ ਹੈ, ਸਭ ਤੋਂ ਪਹਿਲਾਂ ਆਪਾਂ ਇੱਕ ਐਰਰ ਨੂੰ ਡਿਫਾਈਨ ਕਰਦੇ ਹਾਂ ਜਿਹਨੂੰ ਆਪਾਂ ਕਹਿੰਦੇ ਆ ਐਬਸੋਲੂਟ ਐਰਰ। ਨਾਓ ਵਾਟ ਇਜ਼ ਦਿਸ ਐਬਸੋਲੂਟ ਐਰਰ? ਇਟ ਇਜ਼ ਦ ਡਿਫਰੈਂਸ ਬਿਟਵੀਨ ਦ ਮੇਜਰਡ ਵੈਲਿਊ ਐਂਡ ਦ ਟਰੂ ਵੈਲਿਊ। ਸਿੰਪਲ। मैंने ਕੀ ਕੀਤਾ, ਇਹਨੂੰ ਮੈਂ ਕਰੂੰਗਾ ਡੈਲਟਾ a, ਮੈਂ ਕਹੂੰਗਾ ਜੀ ਮੇਰੀ ਆ ਮੇਜਰਿੰਗ ਵੈਲਿਊ ਹੈ, ਆ ਟਰੂ ਵੈਲਿਊ ਹੈ, ਜਾਂ ਟਰੂ ਵੈਲਿਊ ਮਾਈਨਸ ਮੇਜਰਡ ਵੈਲਿਊ ਜੋ ਆਪਾਂ ਕਰਾਂਗੇ ਆਪਣੇ ਕੋਲ ਆ ਜਾਊਗਾ ਇਹਦਾ ਮਤਲਬ ਹੁੰਦਾ ਡਿਫਰੈਂਸ। डिफरेंस, सबट्रैक्शन नहीं, डिफरेंस। डिफरेंस मतलब पॉजिटिव लेना है, जे a ਵੱਡਾ ਤਾਂ a माइनस a नोट कर दो, जे a नोट ਵੱਡਾ ਤਾਂ a नोट माइनस a कर दो। मतलब 4 डिफरेंस 2 या 2 डिफरेंस 4 ਇਹ ਕਿੰਨੇ ਕਿਹਦੇ ਬਰਾਬਰ ਆਊਗਾ? 2 ਦੇ ਬਰਾਬਰ ਆਊਗਾ। ਇਹਨੂੰ ਕਹਿੰਦੇ ਡਿਫਰੈਂਸ। ਤਾਂ ਆਪਾਂ ਇਹਦਾ ਡਿਫਰੈਂਸ ਲੈਣਾ ਹੈ, ਟਰੂ ਵੈਲਿਊ ਡਿਫਰੈਂਸ ਮੇਜਰਡ ਵੈਲਿਊ ਤੁਹਾਡੇ ਕੋਲੇ ਆਪਣੇ ਕੋਲੇ ਆ ਜਾਊਗਾ ਆਨਸਰ। ਸੋ ਦਿਸ ਕੈਨ ਬੀ ਈਦਰ ਪੋਜ਼ਿਟਿਵ ਔਰ ਨੈਗੇਟਿਵ, ਡਿਪੈਂਡ ਕਰਦਾ ਤੁਹਾਡੇ ਕੋਲੇ ਵੀ ਕਿਵੇਂ ਆਪਾਂ ਲਵਾਂਗੇ। ਲਓ ਜੀ, ਹੁਣ ਇਹਦੇ ਵਿੱਚ ਆਪਣੇ ਕੋਲੇ ਪ੍ਰੋਬਲਮ ਕਿੱਥੇ ਆਉਂਦੀ ਹੈ? ਪ੍ਰੋਬਲਮ ਇਹ ਆਉਂਦੀ ਹੈ ਕਿ ਯਾਰ ਵਟ ਇਜ਼ ਦੀ ਟਰੂ ਵੈਲਿਊ, ਆਹੀ ਤਾਂ ਆਪਣੀ ਸਮੱਸਿਆ ਹੈ। ਟਰੂ ਵੈਲਿਊ ਤਾਂ ਆਪਣੇ ਕੋਲ ਹੈ ਹੀ ਨਹੀਂ। ਕਿਉਂ? ਕਿਉਂਕਿ ਆਪਾਂ ਟਰੂ ਵੈਲਿਊ ਦਾ ਮੇਜਰ ਹੀ ਨਹੀਂ ਕਰ ਸਕਦੇ। ਮੈਂ ਤੁਹਾਨੂੰ ਇੱਕ ਚੀਜ਼ ਦੇਤੀ, ਮੈਂ ਤੁਹਾਨੂੰ ਆਈਫੋਨ ਦੇਤਾ, ਮੈਂ ਕਹਿੰਦੀ ਮੈਨੂੰ ਥਿਕਨੈਸ ਦੱਸੋ ਕਿੰਨੀ ਹੈ, ਤੁਹਾਨੂੰ ਉਹਦੀ ਟਰੂ ਵੈਲਿਊ ਤਾਂ ਮੈਂ ਦਿੱਤੀ ਨਹੀਂ। ਤੇ ਟਰੂ ਵੈਲਿਊ ਤੁਸੀਂ ਮੇਜਰ ਕਰ ਰਹੇ ਹੋ, ਤੇ ਮੇਜਰ ਕਰ ਰਹੇ ਹੋ ਤਾਂ ਤੁਸੀਂ ਹਰ ਵਾਰ ਐਰਰ ਕਰ ਰਹੇ ਹੋ। ਤਾਂ ਤੁਹਾਡੀ ਯੂ ਆਰ ਨਾਟ measuring the true value ever, you are always measuring some other value। true value ਕੀ ਹੈ ਤੁਹਾਡੀ? true value ਹੈ ਮੰਨ ਲਓ a0 ਵੈਲਿਊ ਤਾਂ ਤੁਸੀਂ ਮੇਜਰ ਹੀ ਨਹੀਂ ਕਰ ਰਹੇ, ਤਾਂ ਮੈਨੂੰ ਪਤਾ ਕਿਵੇਂ ਲੱਗੂਗਾ ਕਿ ਤੁਹਾਡੀ true value ਕੀ ਹੈ? ਤਾਂ ਇਹ ਆਪਣੇ ਕੋਲੇ ਇੱਕ ਸਭ ਤੋਂ ਵੱਡੀ ਪ੍ਰੋਬਲਮ ਹੈ। ਤਾਂ ਇਹਨੂੰ ਆਪਾਂ ਨੇ ਕਿਵੇਂ ਆਇਰਨ ਆਊਟ ਕੀਤਾ? ਆਪਾਂ ਨੇ ਇੱਕ ਬੋਡੀ ਨੂੰ ਮੇਜਰ ਕੀਤਾ, ਆਪਾਂ ਨੇ ਸਾਰੀਆਂ ਮੇਜਰਡ ਵੈਲਿਊਜ਼ ਨੂੰ ਇੱਥੇ ਲਿਖਿਆ, a1 a2 a3 ਐਂ ਕਰਕੇ ਆਪਾਂ ਨੇ 10 ਵੈਲਿਊਜ਼ ਕਾਊਂਟ ਕੀਤੀਆਂ, 10 ਮੇਜਰਮੈਂਟ ਕਰਕੇ ਆਪਾਂ ਨੇ ਇੱਥੇ ਲਿਖ ਲਿਆ। ਹੁਣ ਇਹ 10 ਵੈਲਿਊਜ਼ ਦੀ ਮੈਨੇ ਐਵਰੇਜ ਲਿੱਤੀ। ਕਿਵੇਂ ਕੀਤਾ ਬੇਟਾ? ਦੇਖੋ 10 ਵੈਲਿਊਜ਼ ਲਿੱਤੀਆਂ, ਠੀਕ ਹੈ। ਇਹ 10 ਵੈਲਿਊਜ਼ ਦੀ ਮੈਂ ਪਹਿਲਾਂ ਮੀਨ ਵੈਲਿਊ ਲਿੱਤੀ, ਤਾਂ ਮੈਨੇ ਇਹਦੀ ਐਵਰੇਜ ਕੱਢ ਲਈ, ਇਹਨੂੰ ਮੈਂ ਲਿਖ ਲਿਆ am। ਇਟ ਵਿਲ ਬੀ ਟ੍ਰੀਟਡ ਐਜ਼ ਟਰੂ ਵੈਲਿਊ, ਇਹਨੂੰ ਆਪਾਂ ਟਰੂ ਵੈਲਿਊ ਵਜੋਂ ਲਵਾਂਗੇ, ਤਾਂ ਇਹਨੂੰ ਆਪਾਂ ਟਰੂ ਵੈਲਿਊ ਮੰਨ ਲਿਆ। ਆਪਾਂ ਮੰਨ ਲਿਆ ਕਿ ਯਾਰ ਦੇਖੋ ਤੇਰੀ ਹਾਈਟ ਆਪਾਂ ਮੇਜਰ ਕਰਨੀ ਸੀ, ਹਾਈਟ ਕਿੰਨੀ ਹੈ ਤੇਰੀ ਕਿਸੇ ਨੂੰ ਵੀ ਨਹੀਂ ਪਤਾ। ਆਪਾਂ ਇਹ ਕੀਤਾ, ਤੇਰੀ ਹਾਈਟ 10 ਵਾਰ ਮੇਜਰ ਕੀਤੀ, 10 ਵਾਰ ਆਪਾਂ ਨੇ ਅਲੱਗ-ਅਲੱਗ ਵੈਲਿਊਜ਼ ਮੇਜਰ ਕਰਨੀਆਂ, ਉਹਨਾਂ ਦੀ ਐਵਰੇਜ ਲੈ ਲਈ, ਜਿੰਨੀ ਐਵਰੇਜ ਆ ਗਈ ਉਹਨੂੰ ਆਪਾਂ ਟਰੂ ਵੈਲਿਊ ਮੰਨ ਲਿਆ। ਮੈਂ ਕਿਹਾ ਯਾਰ ਆਹ ਵਾਲੀ ਵੈਲਿਊ ਤੇਰੀ ਹਾਈਟ ਆਪਾਂ ਮੰਨਾਂਗੇ, ਗੱਲ ਖਤਮ। ਤਾਂ ਹੁਣ ਆਪਾਂ ਦੇਖੀਏ ਵੀ ਆਪਾਂ ਐਰਰ ਕਿੰਨੀ ਕੀਤੀ, ਆਪਣਾ ਜਿਹੜਾ ਮੈਥਡ ਸੀ ਕੀ ਉਹ ਸਹੀ ਸੀ, ਆਪਾਂ ਦੇਖਣਾ ਚਾਹੁੰਦੇ ਹਾਂ, ਆਪਾਂ ਦੇਖਦੇ ਹਾਂ। ਤਾਂ ਆਪਾਂ ਨੇ ਕੀਤਾ, ਇਹਨੂੰ ਆਪਾਂ ਐਬਸੋਲੂਟ ਐਰਰ ਕਹਿੰਦੇ ਆ। ਐਬਸੋਲੂਟ ਐਰਰ ਆਪਾਂ ਫਾਈਂਡ ਕੀਤੀ ਸਾਰਿਆਂ ਦੀ, ਹਰ ਵੈਲਿਊ। ਐਬਸੋਲੂਟ ਐਰਰ ਕਿਵੇਂ ਫਾਈਂਡ ਹੋਊ? am minus a1, am minus a2, am minus this। ਤਾਂ ਟਰੂ ਵੈਲਿਊ ਮਾਈਨਸ ਦਿਸ ਕੀਤੀ, ਜਿਹੜੀ ਨੈਗੇਟਿਵ ਆ ਗਈ ਨੈਗੇਟਿਵ ਲੈ ਲਈ, ਪੋਜ਼ਿਟਿਵ ਆ ਗਈ ਪੋਜ਼ਿਟਿਵ ਲੈ ਲਈ। ਕਿਵੇਂ ਲਿੱਤਾ ਆਪਾਂ ਨੇ? am minus a1, ਇਹ ਲਿੱਤੀ ਆਪਾਂ ਵੈਲਿਊ। ਇੱਥੇ ਲਿੱਤੀ ਆਪਾਂ ਨੇ ਟਰੂ ਵੈਲਿਊ ਮਾਈਨਸ ਮੇਜਰਡ ਵੈਲਿਊ, ਟਰੂ ਵੈਲਿਊ ਮਾਈਨਸ ਮੇਜਰਡ, ਇਹ ਲਿੱਤੀ ਆਪਣੇ ਕੋਲ। ਆ ਵੈਲਿਊਜ਼ ਆ ਗਈਆਂ, ਇਹਨੂੰ ਆਪਾਂ ਕਹਿੰਦੇ ਆ ਐਬਸੋਲੂਟ ਐਰਰ। ਬਾਅਦ ਚੋਂ ਮੈਨੇ ਕੀਤਾ ਇਹਨਾਂ ਦਾ ਟੋਟਲ ਕਰ ਲਿਆ, ਬਾਅਦ ਚੋਂ ਮੈਂ ਇਹਨਾਂ ਦਾ ਵੀ ਮੀਨ ਲੈ ਲਿਆ। ਦੇਖਦੇ ਆਪਾਂ, ਚਲੋ ਅੱਗੇ, ਚਲੋ ਇੱਥੋਂ ਤੱਕ ਹੋ ਗਿਆ। ਨੈਕਸਟ ਹੁਣ ਆਪਾਂ ਚੱਲੇ ਐਬਸੋਲੂਟ ਮੀਨ ਐਰਰ ਤੇ, ਇਹਦੀ ਵੀ ਆਪਾਂ ਨੇ ਮੀਨ ਲੈ ਲਿਆ ਸੀ, ਇਹਦਾ ਵੀ ਮੀਨ ਲੈ ਲਿਆ, ਸਾਰੇ ਡੈਲਟਾ 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 ਪਲੱਸ ਕਰਕੇ ਇਹਨੂੰ n ਤੇ ਡਿਵਾਈਡ ਕੀਤਾ, ਆਪਣੇ ਕੋਲੇ ਇਹਦੀ ਵੀ ਮੀਨ ਆ ਗਈ। ਤਾਂ ਐਰਰ ਦੀ ਵੀ ਐਵਰੇਜ ਵੈਲਿਊ ਲੈ ਲਈ ਤੇ ਇਹਦੀ ਵੀ ਆਪਾਂ ਨੇ ਐਵਰੇਜ ਵੈਲਿਊ ਲੈ ਲਈ। ਤਾਂ ਆਪਣੇ ਕੋਲੇ ਫਾਈਨਲ ਰਿਜ਼ਲਟ ਕੀ ਆਊਗਾ ਉਹਨੂੰ ਆਪਾਂ ਲਿਖਾਂਗੇ। ਆਪਾਂ ਕਹਾਂਗੇ ਕਿ ਤੇਰੀ ਹਾਈਟ ਕਿੰਨੀ ਹੈ, ਤੂੰ ਕਹਾਂ ਯਾਰ ਦੇਖੋ ਆ ਤਾਂ ਮੇਰੀ ਆਈ ਸੀ ਐਵਰੇਜ, ਤੇ ਪਲੱਸ ਮਾਈਨਸ ਕਰ ਲਓ ਜਿਹੜੀ ਆਪਣੇ ਕੋਲੇ ਆ ਗਈ ਐਰਰ ਦੀ ਮੀਨ।
गल क्लीयर भी इन्नी कि मैं एरर की सीगी तो मेरी ट्रू वैल्यू तो मैनू पता नहीं, तो तुसीं ऐ ला लो कि मेरी 163 सेंटीमीटर प्लस माइनस 2-3 सेंटीमीटर ला लो, या 200 सेंटीमीटर ला के 200 सेंटीमीटर प्लस माइनस 2-3 सेंटीमीटर मेरी हाइट होनी चाहिए है। मतलब मैनू एग्जैक्ट नहीं पता 198 सेंटीमीटर तो लैके 202 सेंटीमीटर तक कोई भी वैल्यू हो सकती है। आई डोंट नो द ट्रू वैल्यू। दिस इज द वे इन विच वी प्रोवाइड द वैल्यूज। ਹੁਣ ਜਦੋਂ ਆਈਫੋਨ ਵਾਲਿਆਂ ਨੇ ਪੁੱਛਿਆ ਕਿ ਇਹਦੀ ਥਿਕਨੈਸ ਕਿੰਨੀ ਹੈ ਤਾਂ ਉਹ ਇਸ ਤਰ੍ਹਾਂ ਤੁਹਾਨੂੰ ਦੱਸਣਗੇ ਟੋਲਰੈਂਸ, ਇਹਨੂੰ ਕਹਿੰਦੇ ਟੋਲਰੈਂਸ ਲੈਵਲ, ਕਿ ਤੁਹਾਡਾ ਟੋਲਰੈਂਸ ਲੈਵਲ ਆਪਣੇ ਕੋਲੇ ਕਿੰਨਾ ਹੈ ਉਹ ਦੱਸਣਾ ਤੁਹਾਡੇ ਵਾਸਤੇ ਜ਼ਰੂਰੀ ਹੈ, ਕਿਉਂਕਿ ਆਪਾਂ ਨੂੰ ਕਿਸੇ ਨੂੰ ਟਰੂ ਵੈਲਿਊ ਨਹੀਂ ਪਤਾ। ਚਲੋ ਇੱਕ ਵਾਰ ਆਪਾਂ ਦੁਬਾਰਾ ਦੇਖਦੇ ਹਾਂ ਕਿ ਕੀ ਆਪਣੇ ਕੋਲੇ ਸਿਸਟਮ ਹੈ। ਦੇਖੋ ਆਪਾਂ ਨੇ ਐਰਰ ਕੱਢਣ ਦੇ ਵਾਸਤੇ ਆਪਾਂ ਨੇ ਐਰਰ ਕੱਢਣ ਦੇ ਵਾਸਤੇ ਕੀ ਕੀਤਾ। ਦੇਖੋ ਸਭ ਤੋਂ ਪਹਿਲਾਂ ਤਾਂ ਮੈਨੇ ਸਾਰਿਆਂ ਨੂੰ ਮੈਜਰ ਕੀਤਾ ਤੇ ਮੈਨੇ 10 ਵਾਰ ਮੈਜਰ ਕਰਕੇ ਘੱਟੋ ਘੱਟ ਉਹਨਾਂ ਨੂੰ ਮੈਂ ਇੱਥੇ ਸਾਰਿਆਂ ਨੂੰ ਲਿਖ ਲਿਆ। ਮੇਜਰ ਵੈਲਿਊ ਆ ਗਈ। ਇਹਨਾਂ ਦਾ ਮੈਨੇ ਕੀ ਕੀਤਾ, ਬਾਅਦ ਚੋਂ ਮੀਨ ਲਿਆ ਨੰਬਰ 1, ਨੰਬਰ 2 ਮੈਂ ਇਹਦਾ ਮੀਨ ਲੈ ਲਿਆ। ਮੀਨ ਲੈ ਕੇ ਮੇਰੇ ਕੋਲ ਇੱਕ ਵੈਲਿਊ ਆ ਗਈ, ਇਹਨੂੰ ਮੈਨੇ ਆਪਦੀ ਟਰੂ ਵੈਲਿਊ ਮੰਨ ਲਿਆ। ਜੇ ਮੈਂ ਇਹਨੂੰ ਆਪਦੀ ਟਰੂ ਵੈਲਿਊ ਮੰਨਦਾ, ਠੀਕ ਹੈ, ਤਾਂ ਇਹਨੂੰ ਟਰੂ ਵੈਲਿਊ ਲੈ ਲਿਆ। ਉਸ ਤੋਂ ਬਾਅਦ ਮੈਨੇ ਕੀਤਾ ਐਬਸੋਲੂਟ ਵੈਲਿਊਜ਼ ਮੰਨਣਾ ਸ਼ੁਰੂ ਕੀਤਾ। ਸੋ ਦਿਸ ਇਜ਼ ਪੁਆਇੰਟ ਨੰਬਰ 3। ਆਪਾਂ ਨੇ ਸਾਰਿਆਂ ਦੀ ਐਬਸੋਲੂਟ ਐਰਰਸ ਲੈ ਲਈਆਂ। ਪੁਆਇੰਟ ਨੰਬਰ 4 ਇਜ਼ ਕਿ ਮੈਂ ਇਹਨਾਂ ਦਾ ਵੀ ਮੀਨ ਲੈ ਲਿਆ, ਐਰਰ ਦਾ ਵੀ ਮੀਨ ਲੈ ਲਿਆ। ਹੁਣ ਮੇਰੇ ਕੋਲੇ ਫਾਈਨਲ ਰਿਜ਼ਲਟ ਮੈਂ ਇਸ ਤਰ੍ਹਾਂ ਰਿਪੋਰਟ ਕਰੂੰਗਾ ਕਿ ਜੀ ਮੇਰੀ ਹਾਈਟ ਕਿੰਨੀ ਹੈ, ਆਪਾਂ ਕਹਾਂਗੇ 200 ਸੈਂਟੀਮੀਟਰ ਪਲੱਸ ਮਾਈਨਸ 2 ਸੈਂਟੀਮੀਟਰ, मतलब 198 सेंटीमीटर तो लैके 202 सेंटीमीटर तक कोई भी वैल्यू हो सकती है। मैनू नहीं पता कि ट्रू वैल्यू कितनी है, बट अप्रोक्सीमेटली इन्नी वैल्यू बननी चाहिए है। सो दिस इज हाउ वी फाइंड दी वैल्यूज। चलो इनू आप कहने बेटा एब्सोल्यूट एरर। दिस इज हाउ वी गिव एब्सोल्यूट एरर। भी एब्सोल्यूटली तुसी 2 सेंटीमीटर की गलती की, दैट इज एब्सोल्यूट। नाउ इस तो बाद अपने को एक नवी चीज आ जाती है, दैट इज रिलेटिव एरर। नाउ दिस इज अगेन वेरी वेरी इंपॉर्टेंट रिलेटिव एरर। तो रिलेटिव एरर ਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ, ਇਟ ਇਜ਼ ਦੀ ਫ੍ਰੈਕਸ਼ਨ ਆਫ ਐਬਸੋਲੂਟ ਐਰਰ ਟੂ ਦੀ ਟਰੂ ਵੈਲਿਊ। ਫ੍ਰੈਕਸ਼ਨ ਆਫ ਐਬਸੋਲੂਟ ਐਰਰ ਟੂ ਦੀ ਟਰੂ ਵੈਲਿਊ, ਇਹਨੂੰ ਆਪਾਂ ਕਰਦੇ ਹਾਂ ਐ। ਤਾਂ ਐਬਸੋਲੂਟ ਐਰਰ ਆਪਣੀ ਮੀਨ ਆਪਾਂ ਨੇ ਫਾਈਂਡ ਕਰ ਲਿਆ ਸੀ, ਉਹ ਆ ਸੀ। ਇਹਨੂੰ ਉਹਦੀ ਮੀਨ ਤੇ ਆਪਾਂ ਡਿਵਾਈਡ ਕਰਤਾ, ਜਿਹੜੀ ਆਪਾਂ ਨੇ ਟਰੂ ਵੈਲਿਊ ਲਿੱਤੀ ਸੀ ਉਹਦਾ ਮੀਨ, ਦੋਨਾਂ ਦੀ ਐਵਰੇਜ ਵੈਲਿਊ ਤੇ ਡਿਵਾਈਡ ਕੀਤਾ। ਆਪਣੇ ਕੋਲ ਆ ਗਿਆ ਡੈਲਟਾ a ਬਾਈ a। परसेंटेज एरर इनू जो मैं मल्टीप्लाई बाय 100 कर दूंगा तो परसेंटेज कड्डी जाऊगी कि जी 5% एरर, 2% एरर, 3% एरर, अपने को उन्नी एरर है। ਇਹਦੀ ਹੁਣ ਆਪਾਂ ਕੈਲਕੂਲੇਸ਼ਨ ਕਿਵੇਂ ਕਰਦੇ ਆ, ਆਪਾਂ ਇਹ ਦੇਖਦੇ ਆ। दिस इज अगेन वेरी इंपॉर्टेंट है, इसको ध्यान नाल करना है। ਹੁਣ ਦੇਖੋ ਹੁਣ ਆਪਾਂ ਇਹਦੀ ਕੈਲਕੂਲੇਸ਼ਨਸ ਕਿਵੇਂ ਕਰਾਂਗੇ। ਕੈਲਕੂਲੇਸ਼ਨਸ ਕਰਾਂਗੇ ਜਦੋਂ ਆਪਾਂ, ਤਾਂ ਤੁਸੀਂ ਦੇਖੋ ਕਿ ਮੈਂ ਦੋ ਵੈਲਿਊਜ਼ ਨੇ, ਇੱਕ ਵੈਲਿਊ ਮੇਰੀ ਹੈਗੀ ਹੈ a ਤੇ ਇੱਕ ਹੈਗੀ ਹੈ b, ਤੇ ਮੈਂ ਐਡੀਸ਼ਨ ਕਰਨੀ ਹੈ ਜੀ। बेटा जी इत्थों तक गल क्लीयर हुई, पहला तां दस। इज इट ओके? हाँ जी सर। है ना, इत्थों तक हाँ जी सर। चलो आप अज इन्ना ही करांगे, नहीं तो अपन ना कन्फ्यूजन ज़्यादा हो जाऊगा। अगला टॉपिक ज़्यादा वड्डा है, इत्थे रुक जन्ने आपां। ये पता नहीं इनू की हो जाता है जूम ऐप नू, ये तेरी वेले टाइम क्यों नहीं दसदा, नहीं तो 10 मिनट पहला दस दिंदा है कि तुहाडे 10 मिनट आर रिमेनिंग, बट इहने तुहानूं दस्सिया नहीं कि 10 मिनट आर रिमेनिंग है। हमेशा रिकॉर्डिंग ज़्यादा करा दिंदा अपनी। बट एनीवेज तेरे नाल ही होंदा है, बाकी हर क्लास दे विच मैनूं पहला कह दिंदा कि भी 10 मिनट्स आर रिमेनिंग, 45 मिनट्स के बाद बंद हो जाता है। तेरे केस नहीं कदे बंद होंदा। ये की चक्कर है बेटा, तूने तो नहीं जूम दा ऐप कोई परचेज परचूज की हुई? नहीं सर। नहीं मैनूं पता लग्या कि तेरे नाल जदों करदे आ उदों नहीं इहदी कोई लिमिट आंदी, अदरवाइज हमेशा एक लिमिट इहदी आंदी है कि तुसीं अज तां रिकॉर्डिंग भी चल रही है ईवन दैन। हाईली स्ट्रेंज। चलो चलो ठीक है बेटा, अज आपां इन्ना ही करांगे ते इस दा हुण कल आपां रिवीजन करदे होए जावांगे ते फिर आपां अगे वधांगे, बिकॉज दिस टॉपिक इज लिटिल डिफिकल्ट। ओके, तां आपां इहनूं इत्थे आपां ने अज क्लोज करना है। टाइम कितना हो गया बेटू?
स्वाभाविक होगी सर। चलो चलो ठीक है बेटा, फिर ओके देन, ऑल द बेस्ट, बाय।